Red line must not be crossed. US envoy on plot to kill Gurpatwant Pannu. ਤੁਸੀਂ ਰੈੱਡ ਲਾਈਨ ਕ੍ਰਾਸ ਕੀਤੀ ਹੈ। ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸ਼ਹਿਰੀ ਨੂੰ ਤੁਸੀਂ ਮਾਰਨ ਦੀ ਜਿਹੜੀ ਹੈ ਉਹ ਹਕਾਮਤ ਕੀਤੀ ਔਰ ਇਸ ਦੇ ਲਈ ਜਿਹੜੀ ਹੈ ਜਵਾਬਦੇਹੀ ਹੈ ਔਰ ਉਹ ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਉਹਨਾਂ ਨੇ ਕਿਹਾ ਜੀ ਅਮਰੀਕਾ ਦੀ ਧਰਤੀ 'ਤੇ ਮਾਰਚ ਹੁੰਦੇ ਨੇ, ਕਾਰ ਰੈਲੀਆਂ ਹੁੰਦੀਆਂ ਨੇ ਔਰ ਇਹ ਜਿਹੜੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਹ ਤੇ ਆਰਿਕ ਗਾਰਸੈਟੀ ਨੇ ਕਿਹਾ US system protected free speech for better or for worse, adding an American citizen could be convicted or deported only as per country's laws. Under our law, for an American citizen to be convicted in an American court or to be deported to have a criminal case in another country, it has to meet our law, and so we will continue working. ਜੇ ਕੋਈ ਕਾਨੂੰਨ ਦੇ ਉਲੰਘਣਾ ਦੇ ਨੇੜੇ ਤੇ ਪਹੁੰਚ ਜਾਏਗਾ ਫਿਰ ਅਸੀਂ ਵੀ ਤੁਹਾਡੇ ਨਾਲ ਕੋਆਪਰੇਟ ਕਰਾਂਗੇ, ਪਰ ਹੁਣ ਤੱਕ ਜੋ ਕੁਝ ਹੋ ਰਿਹਾ ਹੈ ਉਹ ਵੈਲ ਵਿਦਨ ਦੇ ਐਂਬਿਟ ਆਫ ਦਾ ਲਾਅ ਹੈ। He, however, emphasized a red line should not be crossed and no government employee of any country could be involved in an assassination plot of a foreign citizen. I think that is absolutely critical for any of us. Just abstractly, that has to be a red line. ਤੁਸੀਂ ਪਲਾਟ ਕੀਤਾ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ, ਤੁਸੀਂ ਸਾਡੀ ਸੋਵਰਨਿਟੀ ਵੀ ਵਾਇਲੇਟ ਕੀਤੀ ਔਰ ਤੁਸੀਂ ਉਹ ਰੈੱਡ ਲਾਈਨ ਕ੍ਰਾਸ ਕੀਤੀ ਹੈ। ਦੈਟ ਇਜ਼ ਟੋਟਲੀ ਅਨਐਕਸੈਪਟੇਬਲ। अस्सलाम वालेकुम, आदाब, अर्ज़ महा तुहाडी होस्ट नीलम कौर ते मैं TV फॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 1 ਅਪ੍ਰੈਲ 2024 19 ਚੇਤ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ਨ ਕੇਬਲ, ਬਾਥਰੂਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਤੇ ਇਸ ਮਹੀਨੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਹਮੇਸ਼ਾ ਤਰ੍ਹਾਂ ਮੰਡੇ ਵਾਲੇ ਦਿਨ ਆਪਾਂ ਜਿੱਦਾਂ ਕਿ ਕਰੰਟ ਇਸ਼ੂ ਵੀਕਐਂਡ ਦੇ ਹਵਾਲੇ ਨਾਲ ਤੇ ਜਿਹੜੇ ਸਪਾਂਸਰਸ਼ਿਪ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਜੈ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਖਾਲਸਾ ਰੈਫਰੈਂਡਮ ਦੀ ਦੂਜੇ ਪੜਾਅ ਦੀ ਸੈਕਰੋਮੈਂਟ ਵਿਖੇ ਹੋਈ ਸਫਲ ਵੋਟਿੰਗ ਦੀ ਵਧਾਈ ਦਿੱਤੀ ਹੈ। ਸੋ ਖਾਲਿਸਤਾਨ ਦੇ ਪੱਖ ਵਿੱਚ ਵਧੀਆ ਮਾਹੌਲ ਬਣ ਰਿਹਾ ਹੈ ਔਰ ਕਾਫੀ ਵੱਡੀ ਗਿਣਤੀ ਵਿੱਚ ਲੋਕ ਸਪੋਰਟ ਕਰ ਰਹੇ ਹਨ ਔਰ ਭਾਰਤੀ ਹਕੂਮਤ ਦੇ ਪ੍ਰੋਪੇਗੈਂਡੇ ਦਾ ਵੀ ਨਾਲ ਜਿਹੜਾ ਪਰਦਾ ਫਾਸ਼ ਹੋ ਰਿਹਾ ਔਰ ਇਵੇਂ ਹੀ ਹੌਲੀ ਹੌਲੀ ਇੱਕ ਇੱਕ ਕਦਮ ਨਾਲ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ ਔਰ ਵਾਹਿਗੁਰੂ ਸਹਾਈ ਹੋਣ। ਸੋ ਅਸੀਂ ਵੀਰ ਜੈ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਕਰੰਟ ਇਸ਼ੂ ਦੇ ਹਵਾਲੇ ਨਾਲ ਅੱਜ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਅਮਰੀਕਾ ਦੇ ਭਾਰਤ ਵਿੱਚ ਅੰਬੈਸਡਰ
ਐਰਿਕ ਗਾਰਸੇਟੀ ਨੇ ਭਾਰਤ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਮੁਲਕਾਂ ਦੇ ਸਬੰਧਾਂ ਵਿੱਚ ਇੱਕ ਲਾਲ ਲਕੀਰ ਹੁੰਦੀ ਹੈ ਜਿਸ ਨੂੰ ਪਾਰ ਕਰਨ ਦੀ ਕਦੇ ਵੀ ਆਗਿਆ ਨਹੀਂ ਦਿੱਤੀ ਜਾ ਸਕਦੀ। ਔਰ ਉਹਨਾਂ ਦੀ ਇਹ ਟਿੱਪਣੀ ਗੁਰਪਤਵੰਤ ਸਿੰਘ ਪੰਨੂ ਮਰਡਰ ਪਲੋਟ ਨੂੰ ਲੈ ਕੇ ਜਿਸ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ, ਅਮਰੀਕਨ ਐਂਬੈਸਡਰ ਦਾ ਖੁੱਲ੍ਹ ਕੇ ਲਿਆ ਗਿਆ ਇਹ ਸਟੈਂਡ ਭਾਰਤ ਨੂੰ ਲਾਲ ਝੰਡੀ ਦਿਖਾਉਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜੈ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਜੀ, ਜਿਵੇਂ ਕਈ ਦਿਨਾਂ ਤੋਂ TV 84 ਦੇ ਉੱਤੇ ਵੀ ਇਹ ਐਡ ਚੱਲ ਰਹੀ ਸੀ ਔਰ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਫਾਈਨਲੀ ਸਭ ਨੂੰ ਇਹ ਕਾਲ ਵੀ ਦਿੱਤੀ ਸੀ ਔਰ ਇਹ ਵੱਡੀ ਇਵੈਂਟ ਸੀ ਜਿਹੜੀ 31 ਮਾਰਚ ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਔਰ ਬੜੇ ਆਈਡੀਅਲ ਪਲੇਸ ਜਿੱਥੇ ਕਿ ਉਸ ਰਾਜਧਾਨੀ ਦੇ ਵਿੱਚ ਮੇਨ ਇਮਾਰਤ ਹੈ ਉਸ ਦੇ ਸਾਹਮਣੇ ਖੁੱਲ੍ਹੇ ਟੈਂਟਾਂ ਦੇ ਥੱਲੇ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਵੀ ਚੱਲੇ ਔਰ ਧਾਰਮਿਕ ਸਮਾਗਮ ਤੋਂ ਬਾਅਦ ਵੋਟਿੰਗ ਜਿਹਦਾ ਆਗਾਜ਼ ਹੋਇਆ ਜੀ, ਔਰ ਉਸ ਦੀ ਅਸੀਂ ਜਿਹੜਾ ਇਸ ਦੇ ਲਈ ਦੱਸਿਆ ਸੀ ਕਿ ਸਾਡੀ TV 84 ਦੀ ਟੀਮ ਉਸ ਨੂੰ ਕਵਰ ਕਰੇਗੀ। ਸੋ ਸਾਡੀ ਟੀਮ ਸੈਚਰਡੇ ਉਹਨਾਂ ਨੇ ਸ਼ਾਮ ਨੂੰ ਵੀ ਉਸ ਸਪੌਟ 'ਤੇ ਜਿੱਥੇ ਆਲਰੇਡੀ ਵੱਡੀ ਗਿਣਤੀ 'ਚ ਦੂਰ ਦੁਰਾਡਿਓਂ ਕੈਨੇਡਾ ਅਮਰੀਕਾ ਦੀਆਂ ਅੱਡ-ਅੱਡ ਸਟੇਟਾਂ ਤੋਂ ਜਿਹੜੇ ਨੇ ਸਿੰਘ ਸਿੰਘਣੀਆਂ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਇੰਟਰਵਿਊ ਦਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਨਸ਼ਰ ਕੀਤਾ। ਇਸੇ ਤਰ੍ਹਾਂ ਫਿਰ ਸੰਡੇ ਸਵੇਰ ਤੋਂ ਲੈ ਕੇ ਧਾਰਮਿਕ ਦੀਵਾਨ ਔਰ ਵੋਟਿੰਗ ਸਿਸਟਮ ਨੂੰ ਆਲਮੋਸਟ 3-4 ਘੰਟੇ ਦੀ ਉਸ ਦੀ ਲਾਈਵ ਕਵਰੇਜ ਸੀ ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਗਿਆ। ਔਰ ਜ਼ਾਹਰ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਪਿਕਚਰ ਸੇਜ਼ 1000 ਵਰਡਸ, ਬਿਲਕੁਲ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਸੀ ਕਿ ਕਿੰਨੇ ਉਤਸ਼ਾਹ ਦੇ ਨਾਲ ਸਿੱਖ ਸੰਗਤਾਂ ਨੇ। ਔਰ ਇਹ ਦੂਸਰਾ ਪੜਾਅ ਸੀ। ਇਸ ਤੋਂ ਪਹਿਲਾਂ 28 ਜਨਵਰੀ ਨੂੰ ਸੈਨ ਫਰਾਂਸਿਸਕੋ ਸਿਵਿਕ ਸੈਂਟਰ ਦੇ ਬਾਹਰ ਜਿਹੜਾ ਹੈ ਵੋਟਿੰਗ ਹੋਈ ਔਰ ਉਸ 'ਚ ਵੀ ਆਲਮੋਸਟ ਅੱਧੀ ਸੰਗਤ ਜਿਹੜੀ ਵੋਟਿੰਗ ਲਈ ਆਈ ਸੀ ਉਹ ਬਿਨਾਂ ਵੋਟ ਪਾਇਆ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਇਹਦੇ ਬਾਵਜੂਦ ਕਿ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਔਰ ਅੰਦਰ ਵੀ ਪੂਰਾ ਪ੍ਰਬੰਧ ਸੀ, ਲੇਕਿਨ ਫਿਰ ਵੀ ਨੰਬਰ ਇੰਨਾ ਜ਼ਿਆਦਾ ਸੀ ਔਰ ਇਸੇ 'ਚੋਂ ਹੀ ਦੂਸਰੇ ਪੜਾਅ ਦੀ ਵੋਟਿੰਗ ਦੇ ਲਈ ਸੈਕਰਾਮੈਂਟੋ ਨੂੰ ਚੁਣਿਆ ਗਿਆ। ਔਰ ਜਿਸ ਲੈਵਲ ਦਾ ਉਤਸ਼ਾਹ ਸੀ ਔਰ ਇਹ ਬਿਲਕੁਲ ਠੀਕ ਕਿਹਾ ਵੀਰ ਜੈ ਸਿੰਘ ਹੋਰਾਂ ਨੇ ਕਿ ਭਾਰਤ ਸਰਕਾਰ ਦੇ ਜਿਹੜੇ ਇਸ ਕਿਸਮ ਦੇ ਪ੍ਰੋਪੇਗੈਂਡੇ ਦਾ ਪਰਦਾਫਾਸ਼ ਇਹ ਰੈਫਰੈਂਡਮ ਕਰਦੇ ਨੇ। ਔਰ ਇਹ ਗੱਲ ਈਵਨ ਜਦੋਂ TV 84 ਦੀ ਟੀਮ ਨੇ ਇੰਟਰਵਿਊ ਕੀਤਾ ਪੰਜਾਬ ਰੈਫਰੈਂਡਮ ਕਮਿਸ਼ਨ ਦੇ ਜਿਹੜੇ ਇੰਚਾਰਜ ਨੇ ਕਿ ਸਿੱਧੇ ਤੌਰ 'ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਨਾਨ ਬਾਈਂਡਿੰਗ ਰੈਫਰੈਂਡਮ ਦੇ ਕੀ ਇੰਪੈਕਟ ਨੇ। ਸੋ ਉਹਨਾਂ ਨੇ ਕਿਹਾ ਕਿ ਵੀ ਮੈਂ ਇਸ ਨੂੰ ਸੁਪਰਵਾਈਜ਼ ਕੀਤਾ ਪਿਛਲੇ 2 ਸਾਲ ਤੋਂ ਅਰਾਊਂਡ ਔਰ ਜਿਸ ਵੱਡੀ ਗਿਣਤੀ 'ਚ ਗਲੋਬਲੀ ਸਿੱਖ ਇਹਦੇ ਲਈ ਨਿਕਲ ਰਹੇ ਨੇ ਇਹ ਅਲਟੀਮੇਟਲੀ ਬੇਸ਼ੱਕ ਇਹ ਨਾਨ ਬਾਈਂਡਿੰਗ ਹੈ ਔਰ ਵੈਲ ਵਿਦਨ ਦਾ ਜਿਹੜਾ UN ਚਾਰਟਰ ਹੈ ਪਰ ਇਹ ਇੱਕ ਪ੍ਰੈਸ਼ਰ ਬਿਲਡਿੰਗ ਟੈਕਨੀਕ ਹੈ, ਇੱਕ ਅਵੇਅਰਨੈਸ ਕੈਂਪੇਨ ਹੈ ਗੈਰ ਸਿੱਖਾਂ ਦੇ ਲਈ ਵੀ। ਔਰ ਇਹੀ ਕਾਰਨ ਸੀ ਕਿ ਇਹ NPR ਰੇਡੀਓ ਹੋਏ ਜਾਂ KCRA TV ਔਰ ਦੂਸਰਿਆਂ ਨੇ ਵੀ ਜਿਹੜੇ ਮੇਨ ਸਟ੍ਰੀਮ ਅਮਰੀਕਨਾਂ ਦੇ ਚੈਨਲ ਨੇ ਰੇਡੀਓ ਔਰ TV ਉਹਨਾਂ ਨੇ ਪਹਿਲਾਂ ਹੀ ਇਸ ਨੂੰ ਕਵਰ ਕੀਤਾ ਸੀ ਕਿਉਂਕਿ ਆਲਰੇਡੀ ਇੱਕ ਤਾਂ ਸਾਡਾ ਵੈਸੇ ਹੀ ਕਲਰਫੁਲ ਝੰਡੇ ਔਰ ਜਿਹੜਾ ਸਿੱਖੀ ਸਰੂਪ ਹੈ ਇਹ ਆਪਣੇ ਆਪ 'ਚ ਅਟਰੈਕਟ ਕਰਦਾ। ਔਰ ਫਿਰ ਜਦੋਂ ਰੈਫਰੈਂਡਮ ਲਫ਼ਜ਼ ਕਿਹਾ ਜਾਂਦਾ ਹੈ ਕਿਉਂਕਿ ਜਿੰਨਾ ਵੱਡਾ ਹਊਆ ਬਣਾ ਕੇ ਭਾਰਤ ਨੇ ਇਸ ਸਾਰੀ ਮੂਵਮੈਂਟ ਨੂੰ ਰੈਫਰੈਂਡਮ ਦੇ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਅਮਰੀਕਾ ਈਵਨ ਕੈਲੀਫੋਰਨੀਆ ਦੇ ਵਿੱਚ ਵੀ ਰੈਫਰੈਂਡਮ ਹੁੰਦੇ ਰਹਿੰਦੇ ਨੇ ਔਰ ਉਹ ਰੈਫਰੈਂਡਮ ਦਾ ਮਤਲਬ ਇਹ ਹੁੰਦਾ ਹੈ ਵੀ ਕਈ ਵਾਰ ਬੇਸ਼ੱਕ ਜਿਵੇਂ ਹੁਣ ਇਲੈਕਸ਼ਨਸ ਹੋਣੀਆਂ ਨੇ ਉਹ ਸਿਵਿਕ ਇਲੈਕਸ਼ਨਸ ਹੋਣ ਆਮ ਜਿਹੜੀਆਂ ਕੌਂਸਲਮੈਨ ਜਾਂ ਦੂਜਿਆਂ ਦੀਆਂ ਔਰ ਕਈ ਵਾਰ ਸਟੇਟ ਅਸੈਂਬਲੀ ਸੈਨੇਟ ਦੀਆਂ ਉਹਦੇ 'ਚ ਵੀ ਕੋਈ ਪ੍ਰੋਵੀਜ਼ਨ ਜਿਹਦੇ ਬਾਰੇ ਕੋਈ ਸ਼ੱਕ ਹੋਏ ਜਿਵੇਂ 3 ਸਟ੍ਰਾਈਕਸ ਐਂਡ ਗੋ ਸੀ ਕਿ ਜੀ ਜਿਹੜਾ 3 ਵਾਰ ਜਿਸ ਦੇ ਉੱਤੇ ਜਿਹੜਾ ਜੇਲ੍ਹ 'ਚ ਆਉਂਦਾ ਉਹ ਪੱਕਾ ਰਹੇਗਾ ਉਹਨੂੰ ਵੀ ਰੈਫਰੈਂਡਮ ਦੇ ਲਈ ਉਹ ਜਿਹੜਾ ਨਾਲ ਵੋਟਿੰਗ ਦੇ ਪਾ ਦਿੰਦੇ ਨੇ ਕਿ ਵੀ ਜਿੱਥੇ ਉਹ ਆਪਣਾ ਅਸੈਂਬਲੀ ਮੈਨ ਜਾਂ ਸੈਨੇਟਰ ਚੁਣਨਗੇ ਉਹ ਆਪਣਾ ਵਿਊ ਦੇ। ਰੈਫਰੈਂਡਮ ਇੱਕ ਵਿਊ ਪੁਆਇੰਟ ਹੈ
ਔਰ ਉਸ ਨੂੰ ਆਨਰ ਕੀਤਾ ਜਾਂਦਾ। ਔਰ ਅੱਜ ਦੇ ਇਹ ਠੀਕ ਹੈ ਵੀ ਈਵਨ ਡੈਮੋਕ੍ਰੇਸੀ 'ਚ ਵੀ, ਜਿਹਦੇ ਬਾਰੇ ਅਸੀਂ ਅਕਸਰ ਕਹਿੰਦੇ ਹਾਂ ਵੀ ਜਿਹਦੇ 'ਚ 51 ਗਧੇ ਜਿਹੜੇ ਨੇ ਉਹ 49 ਸ਼ੇਰਾਂ ਤੋਂ ਸਿਆਣੇ ਹੁੰਦੇ ਨੇ ਜਾਂ ਪਾਵਰਫੁਲ ਹੁੰਦੇ ਨੇ, ਜਾਂ 49 ਸ਼ੇਰਾਂ ਦੀ ਕਿਸਮਤ ਦਾ ਫੈਸਲਾ 51 ਗਧੇ ਕਰਦੇ ਨੇ। ਬਿਲਕੁਲ। ਬੇਸ਼ੱਕ ਡੈਮੋਕ੍ਰੇਸੀ ਕੋਈ ਮੁਕੰਮਲ ਜਾਂ ਕੰਪਲੀਟ ਜਾਂ ਪਰਫੈਕਟ ਸਿਸਟਮ ਨਹੀਂ ਹੈ, ਪਰ ਜਿੰਨੇ ਕੁ ਸਿਸਟਮ ਐਗਜ਼ਿਸਟ ਕਰਦੇ ਨੇ ਉਹਨਾਂ ਦੇ ਵਿੱਚ ਤੁਸੀਂ ਜੇ ਲੋਕਾਂ ਦੀ ਰਾਏ ਜਾਣਨਾ ਚਾਹੁੰਦੇ ਹੋ ਤੇ ਹੋਰ ਕਿਹੜਾ ਤਰੀਕਾ ਹੈ। ਔਰ ਉਹਦੇ 'ਚ ਜ਼ਾਹਰ ਹੈ ਕਿ ਵੀ ਜੇ ਸਰਬਸੰਮਤੀ ਹੋਏ, ਜਿਵੇਂ ਗੁਰਮਤ ਦਾ ਫਲਸਫਾ ਸਰਬਸੰਮਤੀ ਦਾ ਜਿਹੜਾ ਕਲੈਕਟਿਵ ਲੀਡਰਸ਼ਿਪ 'ਚੋਂ ਨਿਕਲਿਆ, ਇਹ ਵੱਡੇ ਪੈਮਾਨੇ 'ਤੇ ਜਦੋਂ ਸਾਡੇ ਕੋਲ ਆਪਣਾ ਮੁਲਕ ਹੋਏਗਾ, ਖਾਲਿਸਤਾਨ ਦੇ ਉਸ ਸਾਰੇ ਸਿਸਟਮ 'ਚ ਅਸੀਂ ਕਿਵੇਂ ਸਰਬਸੰਮਤੀ ਦੇ ਸਿਸਟਮ ਨੂੰ ਲਾਗੂ ਕਰਾਂਗੇ ਪੋਲੀਟੀਕਲ ਅਰੀਨਾ ਦੇ ਵਿੱਚ। ਧਾਰਮਿਕ ਅਰੀਨਾ ਦੇ ਵਿੱਚ ਤਾਂ ਹੁਣ ਸਾਡੇ 5 ਪਿਆਰੇ 3-2 ਦੇ ਨਾਲ ਵੋਟਾਂ ਨਹੀਂ ਨਾ ਪਾਉਂਦੇ ਹੈ, ਉਹ ਕਲੈਕਟਿਵ ਲੀਡਰਸ਼ਿਪ ਦਾ ਕਾਨਸੈਪਟ ਹੈ। ਲੇਕਿਨ ਅਦਰ ਦੈਨ ਦੈਟ ਜੇ ਤੁਸੀਂ ਗਵਰਨਿੰਗ ਸਿਸਟਮ 'ਚ ਦੇਖੋ, ਜਿੰਨੇ ਸਿਸਟਮ ਚੱਲਦੇ ਨੇ ਉਹਨਾਂ ਦੇ ਵਿੱਚ ਅੱਜ ਵੀ ਡੈਮੋਕ੍ਰੇਸੀ ਜਾਂ ਲੋਕਤੰਤਰ ਜਾਂ ਜਮਹੂਰੀਅਤ ਇਹੀ ਬੈਸਟ ਸਿਸਟਮ ਹੈ। ਤੇ ਜਦੋਂ ਤੁਸੀਂ ਕਿਸੇ ਕੌਮ ਨੂੰ ਉਸ ਦੀ ਰਿਪੀਟਡਲੀ ਪਰਸੀਕਿਊਸ਼ਨ ਕਰ ਰਹੇ ਹੋ, 1-2-3 ਜਨਰੇਸ਼ਨਾਂ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਹਿੱਸਾ ਸਾਡਾ 40% ਪਹਿਲਾਂ ਬੇਘਰ ਹੋਏ ਆਪਣੇ ਘਰਾਂ ਤੋਂ 47 ਦੇ ਪੀਰੀਅਡ 'ਚ, ਉਸ ਦੇ ਲਈ ਵੀ ਇਹੀ ਹਕੂਮਤ ਦੀਆਂ ਨੀਤੀਆਂ ਜ਼ਿੰਮੇਵਾਰ, ਜਿਹੜੀ ਬ੍ਰਾਹਮਣਵਾਦੀਆਂ ਦੇ ਕੋਲ ਪਾਵਰ 47 ਦੇ ਵਿੱਚ ਆਈ। ਫਿਰ ਅਸੀਂ ਦੇਖਦੇ ਹਾਂ ਕਿ ਜੂਨ 84 ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਸਾਡੇ ਖਿਲਾਫ ਜੰਗ ਦਾ ਐਲਾਨ, ਫਿਰ ਨਵੰਬਰ 84 ਬਾਹਰਲੇ ਸੂਬਿਆਂ ਦੇ ਵਿੱਚ ਕਿਵੇਂ 30,000 ਤੋਂ ਜ਼ਿਆਦਾ ਸਿੱਖਾਂ ਦਾ ਕੋਲਡ ਬਲੱਡਡ ਮਰਡਰ, ਜੈਨੋਸਾਈਡ ਔਰ ਉਹਨਾਂ ਦਾ ਉਜਾੜਾ, ਔਰ ਫਿਰ ਜਿਹੜੇ ਉੱਥੋਂ ਉਜੜ ਕੇ ਉੱਥੋਂ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਉਣ ਲਈ ਆਏ, ਇਹਨਾਂ ਦੇ ਉੱਤੇ ਹੁਣ ਫਰਦਰ ਟਾਰਗੇਟ ਕਿਲਿੰਗ ਦੀ ਲਾਈਨ ਵੀ, ਔਰ ਜਿਸ ਲੈਵਲ ਦਾ ਕਿਤੇ ਵੀਜ਼ੇ ਨੂੰ, ਕਿਤੇ ਪਾਸਪੋਰਟ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਜਾ ਰਿਹਾ। ਸੋ ਇਹਨਾਂ ਸਾਰੇ ਹਾਲਾਤਾਂ 'ਚ, ਔਰ UN ਦੇ ਵਿੱਚ 193 ਮੁਲਕ ਨੇ, ਹੋਰ ਤਾਂ ਇਹੀ ਤਰੀਕਾ ਹੈ ਜਿਹਦੇ ਥੱਲੇ ਜਿਹੜੀ ਕੌਮ ਦਾ ਕੋਈ ਹੋਰ ਉਹਦੇ ਕੋਲ ਐਵਨਿਊ ਹੀ ਨਹੀਂ ਬਚਿਆ ਕਿ ਭਾਈ ਉਹ ਆਪਣੀ ਗੱਲ ਦੁਨੀਆ ਸਾਹਮਣੇ ਕਿਵੇਂ ਰੱਖੇ, ਔਰ ਜਿਹੜੇ ਉਸ ਸਟੇਟ ਟੈਰਰਿਜ਼ਮ ਦੇ ਪੀੜਤ ਸਿੱਖ ਨੇ ਉੱਥੇ ਹੋਣ, ਬਾਹਰ ਹੋਣ, ਟਾਰਗੇਟ ਕਿਲਿੰਗ ਦਾ ਸ਼ਿਕਾਰ ਬਣੇ ਹੋਣ, ਉਹਨਾਂ ਦੇ ਲਈ ਇਹੀ ਇੱਕ ਤਰੀਕਾ ਹੈ। ਔਰ ਉਹਦੇ 'ਚ ਬੜੇ ਆਰਡਰਲੀ ਅੰਦਾਜ਼ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ, ਔਰ ਹਾਲਾਂ ਅਸੀਂ ਦੇਖ ਰਹੇ ਹਾਂ ਕਿ ਲੰਡਨ ਤੋਂ ਲੈ ਕੇ ਜਦੋਂ ਕੈਨੇਡਾ 'ਚ ਵੀ ਹੁੰਦਾ ਹੈ, ਆਸਟ੍ਰੇਲੀਆ 'ਚ ਹੁੰਦਾ ਹੈ, ਔਰ ਅਮਰੀਕਾ 'ਚ ਵੀ ਸੈਨ ਫਰਾਂਸਿਸਕੋ ਤੋਂ ਬਾਅਦ ਦੂਸਰਾ, ਇਹਨਾਂ ਵੱਲੋਂ ਜਿਹੜਾ ਭਾਰਤੀ ਸਟੇਟ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ। ਟਾਰਗੇਟ ਕਿਲਿੰਗ ਤਾਂ ਹੈ ਹੀ ਹੈ, ਲੇਕਿਨ ਕਿਵੇਂ ਖੁਦ ਮੰਦਰਾਂ ਦੀ ਵੈਂਡਲਾਈਜੇਸ਼ਨ ਉਸ ਨੂੰ ਸਿੱਖਾਂ ਦੇ ਖਾਤੇ 'ਚ ਪਾਉਣਾ, ਜਾਂ ਕੋਈ ਨਾ ਕੋਈ ਉਹ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹਦੇ 'ਚ ਕਿ ਈਵਨ ਵਾਇਲੈਂਸ ਦੇ ਲਈ ਸਿੱਖਾਂ ਨੂੰ ਜ਼ਿੰਮੇਵਾਰ ਦੱਸਣਾ, ਫੁੱਲ ਫਲੈਜਡ ਜਿਹੜਾ ਨੈਗੇਟਿਵ ਪ੍ਰੋਪੇਗੈਂਡਾ ਕੈਂਪੇਨ। ਪਰ ਇਹਦੇ ਬਾਵਜੂਦ ਜਿਵੇਂ ਵੀਰ ਜੈ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਹ ਮਿੱਥ ਇਹਨਾਂ ਦਾ ਕਿ ਭਾਈ ਸਿੱਖ ਤਾਂ ਚਾਹੁੰਦੇ ਨਹੀਂ ਨੇ, ਜਾਂ ਐਵੇਂ ਢਾਈ ਟੋਟਰੂ ਨੇ, ਜਾਂ ਇਹਨਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ, ਇਸ ਮਿੱਥ ਨੂੰ ਵੀ ਬਸਟ ਕੀਤਾ। ਔਰ ਉਸ ਦੇ ਨਾਲ ਨਾਲ ਜਿਹੜੀ ਇਸ ਕੈਂਪੇਨ ਨੇ ਇੱਕ ਯੂਨੀਫਾਰਮਿਟੀ ਵੀ ਲਿਆਂਦੀ, ਕਿਉਂਕਿ ਇਹ ਅਕਸਰ ਸਾਡੇ 'ਚ ਵੀ, ਆਪਣੇ 'ਚ ਵੀ ਜਿਹੜੇ ਸਾਡੇ ਐਕਟਿਵਿਸਟ ਬਲਾਕ ਹੈ ਉਹਨਾਂ ਦੇ ਵਿੱਚ ਵੀ ਇਹ ਕਿਹਾ ਜਾਂਦਾ ਸੀ ਜੀ ਦੇਖੋ ਬੜਾ ਖਿੱਚ ਧੂ ਕੇ ਤਾਂ ਪ੍ਰੋਟੈਸਟ ਲਈ ਲੋਕ ਮੇਲਿਆਂ 'ਤੇ ਆ ਜਾਂਦੇ ਨੇ, ਤੁਸੀਂ ਕਬੱਡੀ ਟੂਰਨਾਮੈਂਟ ਰੱਖ ਲਓ ਉਹਦੇ 'ਤੇ ਆ ਜਾਂਦੇ ਨੇ, ਜਾਂ ਦੂਜੇ, ਪਰ ਪੋਲੀਟੀਕਲ ਰੈਲੀਜ਼ ਦੇ ਲਈ ਤਾਂ ਕਹਿ ਕਵਾ ਕੇ ਲਿਆਣੇ ਪੈਂਦੇ ਨੇ। ਲੇਕਿਨ ਹੁਣ ਇਸ ਮਿਥ ਨੂੰ ਵੀ ਇਸ ਰੈਫਰੈਂਡਮ ਕੈਂਪੇਨ ਨੇ ਤੋੜਿਆ ਕਿ ਕਿਵੇਂ ਆਜ਼ਾਦਾਨਾ ਤੌਰ ਦੇ ਉੱਤੇ ਪਰਿਵਾਰਾਂ ਦੇ ਨਾਲ ਕਿੰਨੇ ਘੰਟੇ ਦਾ ਵੇਟ ਟਾਈਮ ਜਿਹੜਾ ਇਹ ਹੁੰਦਾ ਹੈ। ਔਰ ਇਸ ਸਭ ਦੇ ਬਾਵਜੂਦ ਇਹ ਨਹੀਂ ਹੈ, ਔਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਭਾਈ ਉੱਥੇ ਈਵਨ ਜਿਹੜਾ ਉਹ ਹੈਕਿੰਗ ਵੀ ਹੋਈ, 2-2.5 ਘੰਟੇ ਜਿਹੜਾ ਉਹ ਪਲੱਗ ਪੁੱਲ ਕਰ ਦਿੱਤਾ ਜਾਂ ਕੀ ਹੋਇਆ, ਹੈਕ ਕੀਤਾ ਗਿਆ ਬਾਈ ਪੈਨ, ਜਿਹੜਾ ਕਲਮ ਨਾਲ ਉਹਨਾਂ ਨੂੰ ਲਿਖਣਾ ਪਿਆ। ਔਰ ਇਹ ਸਾਰਾ ਪਾਰਟ ਤਾਂ ਚੱਲ ਹੀ ਰਿਹਾ ਸੀ, ਔਰ ਹੋਰ ਵੀ ਜਿਹੜੀਆਂ ਨੇ ਇਸ ਕਿਸਮ ਦੀਆਂ ਸ਼ਰਾਰਤਾਂ ਦੀ ਕੋਸ਼ਿਸ਼ ਸਿਵਲ ਐਡਮਿਨਿਸਟ੍ਰੇਸ਼ਨ ਦੇ ਉੱਤੇ ਜਿਹੜਾ ਉਹ ਕੀਤੀ ਗਈ ਹੋਏਗੀ, ਕਿਉਂਕਿ ਹਰ ਥਾਂ ਇਹਨਾਂ ਨੇ ਕੀਤਾ। ਲੇਕਿਨ ਜਿਹੜਾ ਹੁੰਗਾਰਾ ਸੀ ਉਹ ਬੜਾ ਜ਼ਬਰਦਸਤ ਸੀ। ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਮੇਨ ਸਟ੍ਰੀਮ ਮੀਡੀਆ ਨੇ ਇਹਦੇ 'ਚ ਦਿਲਚਸਪੀ ਲੈਣੀ ਸ਼ੁਰੂ ਕੀਤੀ ਹੈ, ਸਿੱਖ ਮੀਡੀਆ ਉਸ ਨੂੰ, ਪੰਥਕ ਮੀਡੀਆ ਕਵਰ ਕਰਦਾ ਹੀ ਹੈ, ਜਿਵੇਂ ਬਾਕੀ ਚੈਨਲਸ ਨੇ ਵੀ ਉਸ ਨੂੰ ਕਵਰ ਕੀਤਾ ਹੋਏਗਾ, ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ TV 84 ਦੇ
ਵਿਊਅਰਸ ਤੱਕ ਇਹ ਸਾਰਾ ਮੈਸੇਜ ਪਹੁੰਚੇ ਜੀ। ਔਰ ਬੜੇ ਉਤਸ਼ਾਹ ਦੇ ਨਾਲ ਇਹ ਸਾਰੇ ਨੂੰ। ਔਰ ਇਸ ਰੈਫਰੈਂਡਮ ਦੀ ਇੱਕ ਅਹਿਮੀਅਤ ਇਹ ਵੀ ਸੀ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਦੀ ਸ਼ਹਾਦਤ 1 ਜਨਵਰੀ 1993 ਨੂੰ ਹੋਈ, ਪਰ ਲੇਟੈਸਟ ਜਿਹੜੀ ਐਕਨੋਲੇਜਮੈਂਟ ਹਿਊਮਨ ਰਾਈਟ ਰਿਪੋਰਟ ਜਿਹੜੀ ਬਾਦਲ ਦੇ ਜ਼ਮਾਨੇ ਤੋਂ ਦੱਬੀ ਹੋਈ ਸੀ, ਉਸ ਤੋਂ ਬਾਅਦ ਸਾਹਮਣੇ ਆਇਆ ਕਿ ਕਿਵੇਂ ਉਹਨਾਂ ਨੂੰ ਟਾਰਚਰ ਕਰਕੇ ਸ਼ਹੀਦ ਕੀਤਾ ਗਿਆ। ਅਸੀਂ ਤਾਂ ਪਹਿਲਾਂ ਤੋਂ ਹੀ ਉਹਨਾਂ ਨੂੰ ਸ਼ਹੀਦ ਮੰਨਦੇ ਵੀ ਹਾਂ ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦੀ ਸਮਾਗਮ ਵੀ ਹੁੰਦੇ ਨੇ। ਬਿਲਕੁਲ। ਲੇਕਿਨ ਇੱਕ ਜਿਸ ਲੈਵਲ ਦੇ ਉੱਤੇ ਨਵੀਂ ਜਨਰੇਸ਼ਨ ਦੇ ਸਾਹਮਣੇ, ਕਿਉਂਕਿ ਭਾਈ ਗੁਰਦੇਵ ਸਿੰਘ ਕੌਂਕੇ ਨੂੰ 26 ਜਨਵਰੀ 1986 ਦੇ ਸਰਬੱਤ ਖਾਲਸਾ ਨੇ ਐਕਟਿੰਗ ਜਥੇਦਾਰ ਥਾਪਿਆ ਸੀ ਔਰ ਲਗਾਤਾਰਤਾ ਨਾਲ ਇਹ ਮੰਗ ਸਿੱਖ ਸੰਗਤਾਂ ਵੱਲੋਂ ਵੀ ਸਿੱਖਸ ਫਾਰ ਜਸਟਿਸ ਦੇ ਈਮੇਲ ਕੈਂਪੇਨ ਰਾਹੀਂ ਵੀ ਜਿਹੜਾ ਮੌਜੂਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਔਰ ਮੌਜੂਦਾ SGPC ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਿਆ ਜਾਏ। ਪਰ ਉਹ ਤਾਂ ਆਪਣੇ ਆਕਾਵਾਂ ਵੱਲ ਦੇਖਦੇ ਨੇ ਜਾਂ ਉਹਨਾਂ ਦੇ ਲਈ ਉਹ ਤਾਂ ਖਹਿੜਾ ਛਡਾਉਣਾ ਚਾਹੁੰਦੇ ਨੇ ਸਾਰੇ ਜੁਝਾਰੂ ਦੌਰ ਦੇ ਉਹ ਸਾਰੇ ਏਜੰਡੇ ਤੋਂ। ਔਰ ਇਹੀ ਕਾਰਨ ਹੈ ਇਹਦੇ ਬਾਵਜੂਦ BJP ਨੇ ਅਕਾਲੀਆਂ ਨੂੰ ਛਿਟਕ ਕੇ ਪਰੇ ਸੁੱਟਿਆ ਔਰ ਆਪਣੇ ਉਮੀਦਵਾਰ ਐਲਾਨ ਵੀ ਦਿੱਤੇ ਨੇ। ਤੁਸੀਂ ਅਜੇ ਤੱਕ ਕੋਈ ਦੇਖਦੇ ਨਹੀਂ ਹੋ ਕਿ ਇਹਨਾਂ ਦੇ ਮੂੰਹੋਂ ਕੋਈ ਅਦਰ ਦੈਨ ਕੇ ਕਹਿ ਕੇ ਜੀ ਅਸੀਂ ਅਸੂਲ ਪ੍ਰਸਤੀ ਦੇ ਨਾਲ ਸਮਝੌਤਾ ਕਰਾਂਗੇ। ਅਜੇ ਵੀ ਉਹਨਾਂ ਨੂੰ ਉਡੀਕ ਹੈ ਕਿ ਭਾਈ ਕਿਤੇ ਨਾ ਕਿਤੇ ਕਾਲ ਆ ਜਾਏ ਔਰ ਵਾਪਸ ਜਿਹੜਾ ਉਹ BJP ਨਾਲ ਅਲਾਈਅੰਸ ਕਰਨ। ਸੋ ਇਹ ਇੱਕ ਪੋਜ਼ਿਟਿਵ ਪਾਰਟ ਸੀ ਕਿ ਇਹ ਸਾਰਾ ਜਿਹੜਾ ਰੈਫਰੈਂਡਮ ਸੈਂਟਰ ਹੈ ਸੈਕਰਾਮੈਂਟੋ ਦਾ, ਇਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਨੂੰ ਸਮਰਪਿਤ ਸੀ। ਉਹਨਾਂ ਨੂੰ ਕੌਮੀ ਸ਼ਹੀਦ ਐਲਾਨਣ ਔਰ ਜ਼ਾਹਰ ਹੈ ਵੀ ਉਹਨਾਂ ਦੇ ਪਰਿਵਾਰ ਦਾ, ਉਹਨਾਂ ਦੇ ਬੇਟਾ ਬੇਟੀ, ਇੱਥੇ ਵੀ ਉਹਨਾਂ ਦੀ ਬੇਟੀ ਸਰਬਜੀਤ ਕੌਰ ਔਰ ਉਹਨਾਂ ਦੇ ਹਸਬੈਂਡ ਸਰਬਜੋਤ ਸਿੰਘ ਔਰ ਸਾਰਾ ਇਹ ਪਰਿਵਾਰ ਸਾਡੇ ਨਾਲ ਵੀ ਬੜਾ ਪੁਰਾਣਾ ਇਹਨਾਂ ਦਾ ਸੰਬੰਧ ਹੈ ਕਈ ਦਹਾਕਿਆਂ ਦਾ। ਔਰ ਉਹਨਾਂ ਸਮੁੱਚੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ ਔਰ ਉਹਨਾਂ ਨੂੰ ਕੌਮੀ ਸ਼ਹੀਦ ਐਲਾਨਿਆ ਗਿਆ। ਔਰ ਇਹ ਸਾਰੇ ਦਾ ਜਿਹੜਾ ਹੈ ਪਾਰਟ ਅਸੀਂ ਸਮਝਦੇ ਹਾਂ ਕਿ ਜਿਹੜਾ ਫਾਈਨਲ ਐਲਾਨ ਵੀ ਕੀਤਾ ਗਿਆ ਕਿ ਅਗਲਾ ਜਿਹੜਾ ਰੈਫਰੈਂਡਮ ਹੈ ਉਹ 28 ਜੁਲਾਈ ਨੂੰ ਕੈਲਗਰੀ ਕੈਨੇਡਾ ਦੇ ਵਿੱਚ ਹੋਏਗਾ, ਕਿਉਂਕਿ ਇਹ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਉਹ ਦੇਖਦੇ ਨੇ ਵੈਦਰ ਕੰਡੀਸ਼ਨ ਵੀ ਕਿੱਥੇ ਕੀ ਹੈ। ਕਿਉਂਕਿ ਜਦੋਂ ਕੈਨੇਡਾ 'ਚ ਬੇਸ਼ੱਕ ਟੋਰਾਂਟੋ ਦੇ ਵਿੱਚ ਵੀ 2 ਫੇਜ਼ਸ ਹੋਏ ਨੇ, ਸਰੀ 'ਚ ਵੀ ਜਿਹੜਾ 2 ਵਾਰ ਹੋਇਆ, ਪਰ ਇਹ ਜਿਹੜਾ ਮਿਡਲ ਹਿੱਸਾ ਹੈ ਕੈਲਗਰੀ, ਐਲਬਰਟਾ ਸਟੇਟ ਕੈਲਗਰੀ ਔਰ ਐਡਮਿੰਟਨ, ਇਸ ਬੈਲਟ ਦੇ ਵਿੱਚ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ, ਮੇਰਾ ਖਿਆਲ ਹੈ 50,000 ਤੋਂ ਜ਼ਿਆਦਾ ਸਿੱਖ ਪਾਪੂਲੇਸ਼ਨ ਹੁਣ ਇਸ ਬੈਲਟ 'ਚ ਹੈ ਔਰ ਉੱਥੇ ਜਿਹੜੀ ਸਰਦੀ ਆ ਉਹ ਫਰੀਜ਼ਿੰਗ ਹੁੰਦੀ ਹੈ। ਸੋ ਉਹਨਾਂ ਨੇ ਜੁਲਾਈ ਦਾ ਮਹੀਨਾ ਚੁਣਿਆ ਕਿਉਂਕਿ ਅਮਰੀਕਾ ਤਾਂ ਜੇ ਨਿਊਯਾਰਕ ਹੈ ਜਾਂ ਦੂਸਰੀ ਬੈਲਟ ਹੈ ਇਹ ਤਾਂ ਆਲਮੋਸਟ ਰਾਊਂਡ ਦਾ ਈਅਰ ਕਿਸੇ ਵੇਲੇ ਵੀ ਹੋ ਸਕਦਾ ਹੈ। ਔਰ ਇਸ ਦੇ ਵਿੱਚ ਸਾਡੇ ਬਹੁਤ ਸਾਰੇ ਵੀਰ ਜਿਹੜੇ TV 84 ਨਾਲ ਜੁੜੇ ਹੋਏ ਨੇ ਜਾਂ ਸਾਡੇ ਕੋਰ ਮੈਂਬਰ ਨੇ, ਜਿਵੇਂ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਸੰਤੋਖ ਸਿੰਘ, ਇਹਨਾਂ ਨੇ ਵੀ ਆਪਣੀਆਂ ਜਾ ਕੇ ਸੇਵਾਵਾਂ ਦਿੱਤੀਆਂ। ਬਹੁਤ ਸਾਰੇ ਜਿਵੇਂ ਟੋਰਾਂਟੋ ਤੋਂ ਭਾਈ ਸੰਤੋਖ ਸਿੰਘ ਭਾਊ ਜੀ ਜਿਹੜੇ ਸਾਡੇ TV 84 ਦੇ ਹੁਣ ਰੀਨੋਨਡ ਸ਼ਾਇਰ ਨੇ, ਉਹਨਾਂ ਦੀ ਟੀਮ 2 ਦਿਨ ਪਹਿਲਾਂ ਪਹੁੰਚੀ ਹੋਈ ਸੀ। ਸੋ ਇਹ ਜਿਹੜਾ ਇੱਕ ਵਲੰਟੀਅਰ ਸਰਵਿਸ ਹੈ ਔਰ ਆਪ ਮੁਹਾਰੇ ਇਸ ਦੇ ਵਿੱਚ ਸ਼ਮੂਲੀਅਤ ਹੈ। ਔਰ ਇਹਦੇ ਬਾਵਜੂਦ ਕਿ ਠੀਕ ਹੈ ਇਨਰ ਲੈਵਲ ਦੇ ਉੱਤੇ ਕਿਸ ਨੂੰ ਕੌਣ ਪਸੰਦ ਹੈ ਕਿਹਨੂੰ ਨਹੀਂ ਹੈ, ਲੇਕਿਨ ਜਦੋਂ ਇਸ ਕਿਸਮ ਦੇ ਮੌਕਿਆਂ ਤੇ ਹਜ਼ਾਰਾਂ ਸਿੱਖ ਸੰਗਤਾਂ ਯਕਸਹਿਤੀ ਦਾ, ਸੋਲੀਡੈਰਿਟੀ ਦਾ, ਇਕਮੁੱਠਤਾ ਦਾ ਇਜ਼ਹਾਰ ਕਰਦੀਆਂ ਨੇ ਤੇ ਇਹ ਇਸ ਮਿੱਥ ਨੂੰ ਵੀ ਤੋੜਦਾ। ਦੇਖੋ ਜੀ, ਸਿੱਖ ਤਾਂ ਕਿਸੇ ਮੁੱਦੇ ਤੇ ਇਕੱਠੇ ਨਹੀਂ ਹੁੰਦੇ ਜਾਂ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ, ਹਾਲਾਂਕਿ ਇਨਰ ਚੱਲ ਰਿਹਾ ਹੁੰਦਾ, ਕੌਣ ਕਿਸ ਬਾਰੇ ਕੀ ਕਹਿੰਦਾ ਉਹ ਤਾਂ ਅਸੀਂ ਰਿਸ਼ਤੇਦਾਰਾਂ ਬਾਰੇ ਵੀ ਆਪਣੇ ਘਰਾਂ 'ਚ ਬੈਠੇ ਹਾਂ, ਸਕਿਆਂ ਸਹੋਦਰਿਆਂ ਬਾਰੇ ਵੀ ਗੱਲਾਂ ਕਰਦੇ, ਇਹ ਪਾਰਟ ਨਹੀਂ ਹੈ। ਹਾਂ, ਜਦੋਂ ਕੌਮੀ ਨਿਸ਼ਾਨੇ ਦੀ ਗੱਲ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਵਾਲੀ ਗੱਲ ਹੈ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਿੱਖਸ ਫਾਰ ਜਸਟਿਸ ਨੂੰ, ਉਹਨਾਂ ਦੀ ਡੈਡੀਕੇਟਿਡ ਟੀਮ ਜਿਹੜੀ ਕਿ ਪੂਰੀ ਲਗਨ ਦੇ ਨਾਲ ਉਹਨਾਂ ਨੇ ਆਲਮੋਸਟ 2 ਸਾਲ ਹੋ ਗਏ ਨੇ ਜਦੋਂ ਲੰਡਨ ਤੋਂ ਇਹ ਰੈਫਰੈਂਡਮ ਦੀ ਸ਼ੁਰੂਆਤ ਹੋਈ ਕਿ ਪੂਰੀ ਡੈਡੀਕੇਸ਼ਨ ਦੇ ਨਾਲ ਇਸ ਪਾਸੇ ਲੱਗੇ ਹੋਏ ਨੇ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਇਹ ਜਿਹੜੀ ਖਾਲਿਸਤਾਨ ਦੀ ਸਟਰਗਲ ਹੈ ਇਹ ਪੜਾਅਵਾਰ ਜਿਹੜੀ ਹੈ ਆਪਣੀ ਮੰਜ਼ਿਲ ਦੇ ਕਰੀਬ ਹੈ। ਔਰ ਜਿਸ ਕਿਸਮ ਦੀਆਂ ਵਾਈਬਸ ਵੀ ਨੇ, ਵਾਈਬਸ ਜ਼ਾਹਰ ਹੈ ਜਦੋਂ ਅਸੀਂ ਇੱਕ ਤਾਂ ਕੌਮੀ ਪੱਖ ਤੋਂ ਹੁੰਦਾ ਜਿੱਥੇ ਗੁਰੂ ਦੇ ਚਰਨਾਂ 'ਚ ਸਿੱਖ ਸੰਗਤ ਅਰਦਾਸ ਕਰਦੀ ਹੈ ਔਰ ਉਸ
ਸਾਰੇ ਮਾਹੌਲ ਨੂੰ ਤੁਸੀਂ ਮਹਿਸੂਸ ਕਰਦੇ ਹੋ। ਇੱਕ ਜਿਨ੍ਹਾਂ ਨੂੰ ਅਸੀਂ ਸਰਕਾਰੀ ਦਰਬਾਰੇ ਕਹਿੰਦੇ ਹਾਂ, ਔਰ ਅਸੀਂ ਪਿਛਲੇ ਦਿਨਾਂ 'ਚ ਦੱਸਿਆ ਸੀ ਕਿ ਬੀਤੇ ਹਫ਼ਤੇ ਬੁੱਧਵਾਰ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਔਰ ਬਾਕੀ ਜਥੇਬੰਦੀਆਂ ਦੀ ਹਾਈ ਲੈਵਲ ਮੀਟਿੰਗ, ਜਿਹਦੇ 'ਚ ਜਸਟਿਸ ਡਿਪਾਰਟਮੈਂਟ, FBI ਔਰ ਉਹਨਾਂ ਸਾਰੀਆਂ ਹੀ ਬਾਕੀ ਏਜੰਸੀਆਂ ਜਿਸ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨਾਲ ਸੰਬੰਧਿਤ ਵੀ ਔਰ ਦੂਸਰਿਆਂ ਦੇ ਨਾਲ ਆਲਮੋਸਟ 2 ਘੰਟੇ ਦੀ ਗੁਫ਼ਤਗੂ ਸੀ। ਔਰ ਮੈਂ ਬਹੁਤ ਸਾਰਿਆਂ ਨੇ ਜਦੋਂ ਅਸੀਂ ਉਹਦੀ ਬਰੀਫਿੰਗ ਵੀ ਕੀਤੀ, ਕਈਆਂ ਨੇ ਕਾਲ ਕਰਕੇ ਪੁੱਛਿਆ ਕਿ ਜੀ ਹੋਰ ਕੀ ਹੈ। ਮੈਂ ਕਿਹਾ ਜੀ ਉਨਾ ਕਿ ਜਿੰਨਾ ਕੁ ਡਿਸਕਸ ਹੋ ਸਕਦਾ ਹੈ, ਕਿਉਂਕਿ ਆਫ ਕੈਮਰਾ ਹੁੰਦੀਆਂ ਨੇ ਇਹ ਮੀਟਿੰਗਸ, ਤੁਹਾਨੂੰ ਕੋਈ ਪ੍ਰੈਸ ਰਿਲੀਜ਼ ਕਰਨ ਦਾ ਵੀ ਨਹੀਂ ਹੁੰਦਾ। ਅਸੀਂ ਹਾਲਾਂ ਹਾਈ-ਫਾਈ ਸਾਰਿਆਂ ਦੇ ਨਾਂ ਦੱਸੇ ਸੀ ਜਿਹੜੇ ਉਸ ਦਾ ਹਿੱਸਾ ਸੀ। ਪਰ ਜਿਵੇਂ ਅਸੀਂ ਵਾਈਬਸ ਦੀ ਗੱਲ ਕਰਦੇ ਹਾਂ, ਤੁਸੀਂ ਜਦੋਂ ਇਸ ਕਿਸਮ ਦੇ ਲੋਕ ਜਿਹੜੇ ਮੈਟਰ ਕਰਦੇ ਨੇ, ਜਿਨ੍ਹਾਂ ਨੇ ਡਿਸੀਜਨ ਮੇਕਿੰਗ ਕਰਨੀ ਹੈ, ਉਹਦੀ ਤੁਸੀਂ ਦੇਖ ਸਕਦੇ ਹੋ। ਤੇ ਹੁਣ ਖਾਲਿਸਤਾਨ ਲਫ਼ਜ਼ ਕੋਈ ਟੈਬੂ ਨਹੀਂ ਹੈ। ਇੱਕ ਜ਼ਮਾਨਾ ਸੀ ਜਦੋਂ ਅਸੀਂ ਸਟੇਟ ਡਿਪਾਰਟਮੈਂਟ ਨਾਲ ਮਿਲਦੇ ਸੀ, ਜਿਹੜੀਆਂ ਮੀਟਿੰਗਾਂ ਕਈ ਦਹਾਕਿਆਂ ਤੋਂ ਰਹੀਆਂ, ਜਾਂ ਹੈਲਸਿੰਕੀ ਕਮਿਸ਼ਨ ਦੇ ਨਾਲ ਜਾਂ US ਸਰਫ ਦੇ ਨਾਲ। ਸੋ ਅਸੀਂ ਬੜੇ ਕੌਸ਼ੀਅਸ ਹੁੰਦੇ ਸੀ ਕਿ ਵੀ ਇਹਨੂੰ ਹਿਊਮਨ ਰਾਈਟਸ ਦੇ ਮੁੱਦੇ ਤੱਕ ਹੀ ਰੱਖਣ ਦੀ ਗੱਲ ਹੋਏ। ਔਰ ਬਹੁਤ ਵਾਰ ਹੁੰਦਾ ਸੀ ਜੀ ਖਾਲਿਸਤਾਨ ਲਫ਼ਜ਼ ਜਿਹੜਾ ਹੈ ਉਸ ਦੇ ਥੱਲੇ ਤਾਂ ਡਾਇਰੈਕਟਲੀ ਪੋਲੀਟੀਕਲ ਹੁੰਦਾ। ਹੁਣ ਰਾਦਰ ਤੁਸੀਂ ਇਹ ਦੇਖ ਸਕਦੇ ਹੋ ਕਿ ਉਹ ਖਾਲਿਸਤਾਨ ਬਾਰੇ ਜਾਣਨਾ ਚਾਹੁੰਦੇ ਨੇ, ਸੁਣਨਾ ਚਾਹੁੰਦੇ ਨੇ, ਉਹ ਤੁਹਾਨੂੰ ਪ੍ਰੋਟੈਕਸ਼ਨ ਦੇਣਾ ਚਾਹੁੰਦੇ ਨੇ ਕਿ ਬਈ ਐਜ਼ ਲੌਂਗ ਐਜ਼ ਤੁਸੀਂ ਪੀਸਫੁਲੀ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਹਾਡਾ ਇਹ ਹੱਕ ਵੀ ਬਣਦਾ। ਔਰ ਉਹਨਾਂ ਦੇ ਅੰਦਰ ਉਹ ਇਹ ਮਹਿਸੂਸ ਵੀ ਕਰਦੇ ਨੇ ਕਿ ਸਿੱਖ ਇੰਡੀਅਨ ਸਟੇਟ ਟੈਰਰਿਜ਼ਮ ਦੇ ਵਿਕਟਮ ਨੇ, ਜਿਹੜੀ ਇੱਕ ਬਹੁਤ ਵੱਡੀ ਚੇਂਜ ਹੈ। ਔਰ ਮੈਂ ਦੇਖਦਾ ਵੀ ਬਹੁਤ ਵਾਰੀ ਜਿਹੜੀ ਟਾਈਮ ਫਰੇਮ ਹੁੰਦਾ ਹੈ, ਇਹਦੇ 'ਚ ਕਿਹੜੀ ਚੀਜ਼ ਕੋਇਨਸਾਈਡ ਕਰਦੀ ਹੈ, ਇੱਕ ਮੀਅਰ ਕੋਇਨਸੀਡੈਂਸ ਚਾਂਸ ਨਹੀਂ ਹੁੰਦਾ। ਕਈ ਵਾਰ ਉਹ ਮੈਸੇਜ ਵੀ ਦਿੱਤਾ ਜਾਂਦਾ। ਹੁਣ ਇਸ ਹਾਲਾਂ ਤੁਸੀਂ ਇੰਡੀਅਨ ਮੀਡੀਆ ਜਾਂ ਜਿਵੇਂ ਉਹਨਾਂ ਨੇ UK ਦੇ ਰੈਫਰੈਂਡਮ ਵੇਲੇ ਚੀਕ ਛਿਹਾੜਾ ਪਾਇਆ ਸੀ ਇੰਡੀਅਨ ਗੌਰਮੈਂਟ ਨੇ, ਮੀਡੀਆ ਨੇ, ਕੈਨੇਡਾ ਦੇ ਵੇਲੇ ਤਾਂ ਬਹੁਤ ਪਾਇਆ, ਆਸਟ੍ਰੇਲੀਆ ਤੱਕ ਪਹੁੰਚਦੇ ਹਾਂ ਤਾਂ ਉੱਥੋਂ ਦੇ ਹਿੰਦੂਤਵੀ ਐਲੀਮੈਂਟਸ ਨੇ ਜਿਹੜੇ ਉਹਨਾਂ ਦੇ ਰੈਗ ਪਬਲੀਕੇਸ਼ਨ ਸੀ, ਉਹਦੇ 'ਚ ਪੂਰਾ ਕੈਂਪੇਨ ਕੀਤਾ। ਪਰ ਤੁਸੀਂ ਇਹਨਾਂ ਦੀ ਸਟ੍ਰੈਟਜੀ ਇੰਡੀਅਨ ਏਜੰਸੀਆਂ ਦੀ ਇਹ ਦੇਖੋ ਕਿ ਬਈ ਇਹ ਸੈਨ ਫਰਾਂਸਿਸਕੋ ਦੇ ਰੈਫਰੈਂਡਮ ਵੇਲੇ ਵੀ ਔਰ ਸੈਕਰਾਮੈਂਟੋ ਦੇ ਰੈਫਰੈਂਡਮ ਵੇਲੇ ਵੀ ਮੀਡੀਆ ਨੇ ਟੋਟਲੀ ਉਹਨੂੰ ਬਲੈਕ ਆਊਟ ਕੀਤਾ। ਉਸ ਦਾ ਕੋਈ ਨਾਮੋ ਨਿਸ਼ਾਨ ਕਿਤੇ ਤੁਹਾਨੂੰ ਨਹੀਂ ਮਿਲਦਾ, ਖਬਰ ਹੀ ਗਾਇਬ ਕਰਤੀ। ਅਦਰਵਾਈਜ਼ ਜਿਵੇਂ ਕੈਨੇਡਾ ਸਰਕਾਰ ਨੂੰ ਧਮਕਾਉਂਦੇ ਸੀ ਜਾਂ ਦੂਸਰਿਆਂ ਨੂੰ ਸੀ, ਉਹ ਬਿਲਕੁਲ ਲਾਈਨ ਹੋਰ ਸੀ। ਸੋ ਇਸ ਤੋਂ ਸਾਨੂੰ ਵੀ ਸਿੱਖਣ ਦੀ ਲੋੜ ਹੈ ਕਿ ਹਰ ਚੀਜ਼ ਦੇ ਲਈ ਰੌਲਾ ਪਾਉਣਾ ਜ਼ਰੂਰੀ ਨਹੀਂ ਹੁੰਦਾ। ਕਈ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਖੁੱਲ੍ਹ ਕੇ ਰਾਦਰ ਜੇ ਇੱਕ ਕਦਮ ਵੱਧ ਕੇ ਵੀ ਗੱਲ ਕੀਤੀ ਜਾਂਦੀ ਹੈ, ਕੀਤੀ ਜਾਏ। ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ, ਔਰ ਹਮੇਸ਼ਾ ਅੱਜ ਹੀ ਮੈਂ ਇੱਕ ਸਿੱਖ ਸਕਾਲਰ ਦਾ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਸਟੇਜਾਂ ਦੇ ਉੱਤੇ ਸਪੀਚਿਸ ਹੁੰਦੀਆਂ ਨੇ ਜਿਨ੍ਹਾਂ 'ਚ ਜਜ਼ਬਾਤ ਹਾਵੀ ਹੁੰਦਾ ਹੈ, ਨਾਅਰੇਬਾਜ਼ੀ ਹੁੰਦੀ ਹੈ, ਇਹ ਸਟ੍ਰੈਟਜੀ ਨਹੀਂ ਹੁੰਦੀ। ਇਹ ਤੁਹਾਡਾ ਪ੍ਰਗਟਾਅ ਹੁੰਦਾ ਹੈ ਜਜ਼ਬਿਆਂ ਦਾ। ਸਟ੍ਰੈਟਜੀ ਵਾਲੇ ਤਾਂ ਮੂੰਹ ਬੋਲਦੇ ਹੀ ਨਹੀਂ ਨੇ, ਉਹ ਤਾਂ ਇੱਕ ਕੂਲ ਕਾਮ ਐਨਵਾਇਰਨਮੈਂਟ 'ਚ ਬੈਠ ਕੇ ਦੇਖਦੇ ਨੇ ਕਿ ਵੀ ਉਹਨਾਂ ਨੇ। ਔਰ ਸਿੱਖਾਂ 'ਚ ਇਸ ਗੱਲ ਦੀ ਘਾਟ ਹੈ, ਕਿਉਂਕਿ ਜਿਹੜਾ ਵੀ ਸਾਡੀ ਸਟ੍ਰੈਟਜੀ ਵੀ ਹੁੰਦੀ ਆ ਉਹ ਇਨਫੈਕਟ ਸਟੇਜਾਂ ਤੋਂ ਹੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਹੈ ਉਹ ਗੁਬਗੁਬਾਹਟ ਕੱਢਣਾ ਤਾਂ ਠੀਕ ਹੈ, ਇਹ ਉਹਨਾਂ ਦਾ ਹੀ ਲਫ਼ਜ਼ ਸੀ ਜਿਹੜਾ ਇੰਟਰਵਿਊ ਦੇ ਰਹੇ ਸੀ। ਪਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਫਿਰ ਕੌਮਾਂ ਦੀ ਡੈਸਟੀਨੀ ਡਿਸਾਈਡ ਨਹੀਂ ਹੁੰਦੀ। ਡੈਸਟੀਨੀ ਔਰ ਇਹੀ ਕਾਰਨ ਹੈ ਜਦੋਂ ਅਸੀਂ ਈਵਨ ਜੰਗਾਂ ਵੀ ਦੇਖਦੇ ਹਾਂ, ਹਾਲਾਂਕਿ ਵੀ ਸਾਡੀ ਜੁਝਾਰੂ ਲਹਿਰ ਵੇਲੇ ਵੀ ਅਸੀਂ ਜਰਨਲ ਉਹਨੂੰ ਹੀ ਮੰਨਦੇ ਸੀ ਜਿਹੜਾ ਗਰਾਊਂਡ ਦੇ ਵਿੱਚ ਉਤਰ ਕੇ ਜਿਹੜਾ ਉਹ ਫਰੰਟ ਲਾਈਨ ਦੇ ਉੱਤੇ ਹੋ ਕੇ ਲੜੇ। ਲੇਕਿਨ ਜੇ ਤੁਸੀਂ ਕਦੇ ਵੀ ਦੇਖੋਗੇ, ਭਾਵੇਂ ਉਹ ਗੁਰੀਲਾ ਲੜਾਈ ਹੋਏ ਜਾਂ ਦੂਸਰੀਆਂ ਜੰਗਾਂ ਨੇ, ਦੂਸਰੀਆਂ ਜੰਗਾਂ ਵੇਲੇ ਤਾਂ 에ਅਰ ਕੰਡੀਸ਼ਨ ਦੇ ਵਿੱਚ ਬੈਠ ਕੇ ਜਿਹੜੇ ਜਨਰਲ ਨੇ ਉਹ ਪਲਾਨ ਕਰ ਰਹੇ ਹੁੰਦੇ ਨੇ ਸਟ੍ਰੈਟਜੀ। ਪਰ ਸਾਡਾ ਇਹ ਵੀ ਇੱਕ ਬਣ ਗਿਆ ਵੀ ਜਦੋਂ ਤੱਕ ਜੇ ਤੁਸੀਂ ਇੱਥੇ ਬੈਠੇ ਵੀ ਗੱਲ ਕਰਦੇ ਹੋ ਤਾਂ ਉੱਥੇ ਬੈਠੇ ਵੀ ਕਹਿਣਗੇ ਜੀ ਇੱਥੇ ਆ ਕੇ ਮਰੋ ਪਹਿਲਾਂ। ਇੱਕ ਤਾਂ ਚਲੋ ਦੂਜੇ ਕਹਿੰਦੇ ਨੇ ਜਿਹੜੇ ਤੁਹਾਨੂੰ ਜਿਹੜਾ ਉਹ ਤਿਰਸਕਾਰਨਾ ਚਾਹੁੰਦੇ ਨੇ ਕਈ ਵਾਰ ਆਪਣਿਆਂ 'ਚ ਵੀ। ਔਰ ਇਹ ਵੀ ਇੱਕ ਰੀਜ਼ਨ ਸੀ ਕਿ ਜਿਹੜੀ ਸਾਡੀ ਜੁਝਾਰੂ ਲਹਿਰ ਦੇ ਬੜੇ ਕਾਬਲ ਜਨਰਲ ਜਿਨ੍ਹਾਂ ਨੂੰ ਅਸੀਂ ਲੰਬਾ ਵਕਤ ਸਰਵਾਈਵ ਕਰਵਾ ਸਕਦੇ ਸੀ ਕਿ ਉਹ ਲੀਡਰਸ਼ਿਪ ਪ੍ਰੋਵਾਈਡ ਕਰਦੇ, ਉਹਨਾਂ ਨੂੰ ਇਸ ਕਿਸਮ ਦੇ ਤਾਨਿਆਂ ਨੇ ਜਿਹੜਾ ਉਹ ਮਜਬੂਰ ਕੀਤਾ। ਜੇ ਕੋਈ ਰਾਵੀ ਪਾਰ ਬਹਿ ਗਿਆ ਜਾ ਕੇ, ਲੈ ਇੱਥੇ ਅਸੀਂ ਇਹ ਹੈ ਤੇ ਤੂੰ ਉੱਥੇ ਬਹਿ ਗਿਆ ਜਾ ਕੇ। ਹਾਲਾਂ ਜਿਹੜੀਆਂ ਮੂਵਮੈਂਟਸ ਨੂੰ ਕੋਈ ਲੀਡ ਕਰਦਾ ਹੈ, ਔਰ ਉਹਦੇ 'ਚ ਜਿਵੇਂ ਹੋਚੀ ਮਿੰਨ ਦਾ ਅਸੀਂ ਹਵਾਲਾ ਦਿੰਦੇ ਹਾਂ ਵੀਅਤਨਾਮ ਦੇ ਹਵਾਲੇ ਨਾਲ, ਈਵਨ ਬ੍ਰਿਟਿਸ਼ ਇੰਟੈਲੀਜੈਂਸ ਵਾਲੇ ਸਮਝਦੇ ਸੀ ਵੀ ਉਹ ਮਰ ਗਿਆ। ਸਾਡੇ ਤਾਂ ਇਹ ਨਹੀਂ ਹੈ ਕਲਚਰ। ਸੋ ਇਹੀ ਹਾਲ ਅਸੀਂ ਪੋਲੀਟੀਕਲ ਅਰੀਨਾ 'ਚ ਵੀ ਦੇਖਦੇ ਹਾਂ। ਅਸੀਂ ਹਰ ਚੀਜ਼ ਜਾਣਨਾ ਚਾਹੁੰਦੇ
ਔਰ ਲੇਕਿਨ ਇਹ ਅਸੀਂ ਭੁੱਲ ਜਾਂਦੇ ਹਾਂ ਕਿ ਭਾਈ ਜਿਹੜਾ ਦੁਸ਼ਮਣ ਹੈ ਉਹ ਤਾਂ ਕਿਵੇਂ ਸਟ੍ਰੈਟੇਜਾਈਜ਼ ਕਰਦਾ ਹੈ ਖੇਡ ਨੂੰ। ਉਹਨਾਂ ਨੇ ਖਬਰਾਂ ਹੀ ਗਾਇਬ ਕਰਤੀਆਂ ਨੇ। ਸਾਡੇ ਇੱਥੇ ਵਾਲਿਆਂ ਨੂੰ ਪਤਾ ਹੈ, ਦੂਜਿਆਂ ਨੂੰ ਪਤਾ ਹੈ ਉੱਥੇ ਫਿਲਟਰ, ਔਰ ਜਿਹੜਾ ਉੱਥੇ YouTube ਦੇ ਉੱਤੇ ਜਾਂ ਮਾੜੇ ਮੋਟੇ ਪ੍ਰੋ ਸਿੱਖ ਚੈਨਲ ਗੱਲ ਕਰਦੇ ਨੇ, ਉਹ ਤੁਸੀਂ ਅਕਾਊਂਟ ਹੀ ਕੱਢ ਦਿਓ ਉਹਨਾਂ ਦੇ, ਬਲੌਕ ਕਰ ਦਿਓ ਉਹਨਾਂ ਨੂੰ, ਦੂਸਰਾ ਕਰ ਦਿਓ। ਲੇਕਿਨ ਇਵੇਂ ਲੱਗਦਾ ਹੈ ਕਿ ਵੀ ਅਮਰੀਕਾ ਦਾ ਖਾਸ ਤੌਰ 'ਤੇ ਜਿਹੜਾ ਵਰਤਾਰਾ ਹੈ ਇਸ ਸਾਰੇ ਪੱਖ ਦੇ ਵਿੱਚ, ਉਹ ਮਜ਼ਬੂਤੀ ਦੇ ਨਾਲ ਜਿਹੜਾ ਹੈ ਉਹਨਾਂ ਨੇ ਜੋ ਲਾਈਨ ਇੰਡੀਅਨ ਏਜੰਸੀਆਂ ਨੇ, ਉਹ ਅਜੀਤ ਡੋਵਲ ਦੀ ਕਮਾਂਡ ਥੱਲੇ ਹੋਇਆ ਜਾਂ ਦਿਨਕਰ ਗੁਪਤੇ ਦੇ ਥੱਲੇ ਹੋਇਆ, ਜਾਂ ਉਹ ਗੋਇਲ, ਸਾਮੰਤ ਗੋਇਲ ਰਾਜ ਚੀਫ ਦੇ ਥੱਲੇ ਹੋਇਆ ਇਹ। ਲੇਕਿਨ ਅਮਰੀਕਾ ਨੇ ਇਸ ਮੁੱਦੇ ਦੇ ਉੱਤੇ ਪੱਕਾ ਸਟੈਂਡ ਰੱਖਿਆ ਹੋਇਆ, ਜਿਹੜਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਔਰ ਉਹਦੇ ਥੱਲੇ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਨੂੰ ਇਸ ਗੱਲ ਦੀ ਕਿੰਨੀ ਤਕਲੀਫ ਹੈ ਕਿ ਜੇ ਉਹਨਾਂ ਨੇ, ਅਮਰੀਕਨ ਸਟੇਟ ਡਿਪਾਰਟਮੈਂਟ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਜਾਂ ਕਾਂਗਰਸ ਦੇ ਅਕਾਊਂਟ ਫਰੀਜ਼ ਕਰਨ ਦੀ ਲਾਈਨ ਦੇ ਉੱਤੇ ਨਾਰਮਲ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਜੀ ਠੀਕ ਹੈ, ਸਿਸਟਮ ਜਿਹੜਾ ਹੈ ਉਹ ਇੰਡੀਅਨ ਡੈਮੋਕ੍ਰੇਸੀ ਦੇ ਥੱਲੇ ਜੋ ਵੀ ਇੰਪਾਰਸ਼ਲ, ਹਰ ਇੱਕ ਨੂੰ ਫੇਅਰ ਟਰਾਇਲ ਦਾ ਹੱਕ ਹੋਣਾ ਚਾਹੀਦਾ। ਪਰ ਉਹਨਾਂ ਦੀ ਖਿਜਣ ਜਾਂ ਉਹਨਾਂ ਦੀ ਹੈਲਪਲੈਸਨੈਸ ਹੈ ਕਿ ਉਹ ਆਪਣੇ ਵੋਟਰਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਨੇ ਕਿ ਜੀ ਅਸੀਂ ਤਾਂ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਐਮਬੈਸੀ ਦੇ ਵਿੱਚ ਨੰਬਰ 2 ਬੀਬੀ ਗੋਇਲ ਸੀ, ਗੋਇਲ ਨਹੀਂ ਕੀ ਨਾਂ ਉਹਨਾਂ ਦਾ, ਗਲੋਰੀਆ, ਉਸ ਨੂੰ ਤਲਬ ਕਰਕੇ ਹਾਫ ਐਨ ਆਵਰ ਉਸ ਦੀ ਜਿਹੜੀ ਹੈ ਜਿਹੜਾ ਉਸ ਨੂੰ ਤਲਬ ਕੀਤਾ, ਸਮਨ ਕੀਤਾ। ਹੁਣ ਅਮਰੀਕਾ ਦੇ ਲਈ, ਔਰ ਫਿਰ ਸਟੇਟ ਡਿਪਾਰਟਮੈਂਟ ਦੇ ਅਗਲੇ ਦਿਨ ਉਹਨਾਂ ਨੇ ਫਿਰ ਉਹੀ ਰਿਪੀਟ ਕੀਤਾ, ਰਾਦਰਿਕ ਲਾਈਨ ਹੋਰ ਐਡ ਕੀਤੀ। ਫਿਰ ਇੰਡੀਆ ਸਟਨ, ਔਰ ਇਹ ਨਹੀਂ ਅਸੀਂ ਕਿਹਾ ਸੀ ਕਿ ਭਾਈ ਜੇ ਹਿੰਮਤ ਆ ਹੁਣ ਦੂਜੀ ਵਾਰੀ ਜ਼ਰਾ ਤਲਬ ਕਰੋ। ਪਰ ਇਸ ਸਾਰੇ ਦਾ ਵੀ ਨਤੀਜਾ, ਔਰ ਇੱਧਰ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ 'ਚ ਜਿਹੜੀ ਸਿੱਖ ਸੰਗਤ ਨੇ ਆਪਣੀ ਵਿਲ ਦਿਖਾਈ ਹੈ, ਉਸ 'ਚੋਂ ਸੀ ਕਿ ਇੱਧਰ ਜਦੋਂ ਰੈਫਰੈਂਡਮ ਹੋ ਰਿਹਾ ਉਧਰ ਇੰਡੀਆ ਜਿਹੜਾ ਹੈ ਉਹ ਆਪਣੀਆਂ ਇਸ ਕਿਸਮ ਦੀ ਸਮਨ ਕਰਨ ਦੀ ਜਰਮਨ ਦੇ ਐਮਬੈਸੀ 'ਚੋਂ ਵੀ ਤਲਬ ਕੀਤਾ ਗਿਆ, ਅਮਰੀਕਾ ਦੇ ਵੀ ਕੀਤਾ ਗਿਆ। ਔਰ ਐਨ ਇਸ ਮੌਕੇ ਦੇ ਉੱਤੇ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਭਾਰਤ ਦੇ ਵਿੱਚ, ਐਰਿਕ ਗਾਰਸੈਟੀ, ਉਹਨਾਂ ਨੇ ਇੱਕ ਫੁੱਲ ਫਲੈਜਡ ਇੰਟਰਵਿਊ ਜਿਹੜੀ ਉਹਨਾਂ ਦੀ ਰਾਹ ਦੀ ਮੁੱਖ ਏਜੰਸੀ ਹੈ ANI, ਇਹ ਦੋ ਹੀ ਨੇ, ANI ਔਰ IANS, ਔਰ ਬਹੁਤ ਸਾਰੇ ਦੂਸਰੇ ਤਾਂ ਜਿਹੜੇ ਨੇ ਇਹਨਾਂ ਸਟੋਰੀਜ਼ ਨੂੰ ਹੀ ਫਰਦਰ ਪਲਾਂਟ ਕਰਦੇ ਨੇ, ਉਹਨੂੰ ਫੁੱਲ ਫਲੈਜਡ ਇੰਟਰਵਿਊ ਦਿੱਤਾ ਔਰ ਵਿਦਾਊਟ ਮਿੰਸਿੰਗ ਦਾ ਵਰਡ। ਐਰਿਕ ਗਾਰਸੈਟੀ ਬੜਾ ਵੋਕਲ, LA ਦਾ ਮੇਅਰ ਵੀ ਰਿਹਾ, ਹਿਊਮਨ ਰਾਈਟਸ ਦੇ ਉੱਤੇ ਵੀ ਜਿਹੜਾ ਇਸ ਦੀ ਬੜੀ ਸਟਰੋਂਗ ਪੋਜੀਸ਼ਨ ਹੈ। ਔਰ ਜਦੋਂ ਕੋਈ ਐਂਬੈਸਡਰ ਕਿਸੇ ਮੁਲਕ 'ਚ ਆਪਣੇ ਮੁਲਕ ਦੀ ਨੁਮਾਇੰਦਗੀ ਕਰ ਰਿਹਾ ਹੁੰਦਾ ਹੈ, ਉਸ ਦਾ ਈਵਨ ਥੋੜ੍ਹਾ ਜਿਹਾ ਵੀ ਕੋਈ ਸਟਰੋਂਗ ਸਟੈਂਡ ਜਿਹੜਾ ਹੈ ਉਹ ਬਹੁਤ ਵਾਰ ਜਿਹੜਾ ਉਹ ਸਰਕਾਰਾਂ ਦੇ ਸਬੰਧਾਂ ਦੇ ਵਿੱਚ ਜਿਹੜਾ ਉਹ ਕੁੜਿੱਤਣ ਵੀ ਪੈਦਾ ਕਰਦਾ। ਪਰ ਜਿਸ ਲੈਵਲ ਦੇ ਉੱਤੇ ਐਰਿਕ ਗਾਰਸੈਟੀ ਨੇ ਇਸ ਸਾਰੇ ਇਸ਼ੂ ਨੂੰ ਲਿਆ, ਇਸ ਤੋਂ ਇਹ ਜ਼ਾਹਰ ਹੈ ਕਿ ਵੀ ਉਹ ਭਾਰਤ ਨੂੰ ਕੋਈ ਸਪੇਸ ਦੇਣ ਨੂੰ ਤਿਆਰ ਨਹੀਂ ਨੇ। ਹਾਲਾਂ ਦੂਸਰੀਆਂ ਚੀਜ਼ਾਂ ਆਪਣੀ ਥਾਂ ਤੇ ਚੱਲ ਰਹੀਆਂ, ਡਰੋਨ ਡੀਲ ਵੀ ਹੋਈ, ਦੂਜਾ ਵੀ ਹੋਇਆ, ਸਟ੍ਰੈਟਜਿਕ ਪਾਰਟਨਰਸ਼ਿਪ ਵੀ, ਔਰ ਇਸ ਸਾਰੇ ਦੇ ਚੱਲਦਿਆਂ ਈਵਨ ਇਹਨਾਂ ਦੇ ਜਿਹੜਾ ਮੀਡੀਆ ਨੇ, ਉਹ ANI ਜਿਹਦੇ ਨਾਲ ਇਹ ਮੇਨ ਇੰਟਰਵਿਊ ਐਰਿਕ ਗਾਰਸੈਟੀ ਦਾ ਹੋਇਆ, ਉਸ ਨੇ ਹੀ ਇਸ ਦਾ ਸਿਰਲੇਖ ਜਾਂ ਉਨਵਾਨ ਜਾਂ ਹੈਡਲਾਈਨ ਲਾਈ ਹੈ, ਰੈਡ ਲਾਈਨ ਮਸਟ ਨਾਟ ਬੀ ਕ੍ਰਾਸਡ, US ਐਨਵੋਏ ਔਨ ਪਲਾਟ ਟੂ ਕਿਲ ਗੁਰਪਤਵੰਤ ਪੰਨੂ। ਫਿਰ ਜਿਹੜਾ ਪ੍ਰਿੰਟ ਹੈ ਉਸ ਨੇ ਲਾਇਆ, ਦੈਟ ਇਜ਼ ਜਸਟ ਐਨ ਅਨਐਕਸੈਪਟੇਬਲ ਰੈਡ ਲਾਈਨ, US ਐਂਬੈਸਡਰ ਗਾਰਸੈਟੀ ਔਨ ਪੰਨੂ ਕੇਸ। ਹੁਣ ਇਹਨਾਂ ਨੂੰ ਵੀ ਹੈ ਕਿ ਵੀ ਜਦੋਂ ਕਹਿ ਰਿਹਾ ਕਿ ਵੀ ਖਬਰਦਾਰ, ਇਹ ਜਿਹੜੇ ਸਬੰਧ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਰੈੱਡ ਲਾਈਨ ਹੁੰਦੀ ਹੈ, ਔਰ ਜਦੋਂ ਤੁਸੀਂ ਉਸ ਨੂੰ ਕ੍ਰਾਸ ਕਰਦੇ ਹੋ ਰੈੱਡ ਲਾਈਨ ਨੂੰ, ਫਿਰ ਕੋਈ ਮਾਫੀ ਨਹੀਂ ਹੈ। ਔਰ ਇਹ ਕਹਿਣਾ ਉਹ ਇਹੀ ਚਾਹੁੰਦਾ ਹੈ, ਐਰਿਕ ਗਾਰਸੈਟੀ ਨੇ ਇਹੀ ਕਿਹਾ ਵੀ ਤੁਸੀਂ ਰੈੱਡ ਲਾਈਨ ਕ੍ਰਾਸ ਕੀਤੀ ਹੈ। ਅਮਰੀਕਾ ਦੀ ਧਰਤੀ ਦੇ ਉੱਤੇ ਅਮਰੀਕਨ ਸ਼ਹਿਰੀ ਨੂੰ ਤੁਸੀਂ ਮਾਰਨ ਦੀ ਜਿਹੜੀ ਹੈ ਉਹ ਹਿਕਾਮਤ ਕੀਤੀ, ਔਰ ਇਸ ਦੇ ਲਈ ਜਿਹੜੀ ਹੈ ਜਵਾਬਦੇਹੀ ਹੈ, ਔਰ ਉਹ ਤੁਹਾਨੂੰ ਜਵਾਬਦੇਹ ਬਣਾਇਆ ਜਾਏਗਾ। ਔਰ ਇਸ ਦੇ ਉੱਤੇ ਜਿਹੜਾ ਇੱਕ ਪਾਸੇ ਉਹਨਾਂ ਨੇ ਇਹ ਕਹਿ ਕੇ, ਕਿਉਂਕਿ ਮੇਰੇ ਸਾਹਮਣੇ ਦੋਨੋਂ ਹੀ ਸਟੋਰੀਜ਼ ਨੇ, ਮੈਂ ਜੇ ANI ਦੀ ਔਰ ਦੂਸਰੀ ਪ੍ਰਿੰਟ ਨੇ ਥੋੜ੍ਹੀ ਹੋਰ ਵੇਰਵੇ ਨਾਲ ਦਿੱਤੀ ਹੈ,
ਪਰ ਉਹਦੇ 'ਚ ਮੈਂ ਵਕਤ ਵੱਲ ਵੀ ਮੈਂ ਦੇਖ ਰਿਹਾ ਘੜੀ ਵੱਲ। ਹੁਣ ANI ਦੀ ਸਟੋਰੀ ਹੈ ਕਿ ਰੈਫਰਿੰਗ ਟੂ ਖਾਲਿਸਤਾਨੀ ਮਾਰਚਿਸ ਐਂਡ ਥ੍ਰੈਟਸ ਇਸ਼ੂਡ ਬਾਈ ਪੰਨੂ, ਉਹਨਾਂ ਨੇ ਕਿਹਾ ਜੀ ਅਮਰੀਕਾ ਦੀ ਧਰਤੀ 'ਤੇ ਮਾਰਚ ਹੁੰਦੇ ਨੇ, ਕਾਰ ਰੈਲੀਆਂ ਹੁੰਦੀਆਂ ਨੇ ਔਰ ਇਹ ਜਿਹੜੀਆਂ ਨੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਹ ਤੇ ਆਰਿਕ ਗਾਰਸੈਟੀ ਨੇ ਕਿਹਾ US system protected free speech for better or for worse, adding an American citizen could be convicted or deported only as per country's laws। ਕਿ ਤੁਹਾਡੀ ਸੋ ਕਾਲ ਡੈਮੋਕ੍ਰੇਸੀ ਹੋਰ ਹੈ, ਸਾਡੀ ਹੋਰ ਹੈ। ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਫ੍ਰੀ ਸਪੀਚ ਹੈ, ਉਹਦੇ 'ਚ ਜਦੋਂ ਤੱਕ ਕੋਈ ਕਾਰਵਾਈ ਨਾ ਕਰੇ ਕਿਸੇ ਨੈਗੇਟਿਵ, ਉਦੋਂ ਤੱਕ ਕਾਨੂੰਨ ਜਿਹੜਾ ਉਹ ਕਿਸੇ ਨੂੰ ਉਸਦੇ ਲਈ ਜਵਾਬਦੇਹ ਨਹੀਂ ਬਣਾਉਂਦਾ। ਔਰ ਇਹ ਹੈ ਉਹਦੇ 'ਚ ਉਹਨੇ ਕਿਹਾ ਅੰਡਰ ਆਵਰ ਲਾਅ for an American citizen to be convicted in an American court or to be deported to have a criminal case in another country, it has to meet our law and so we will continue working। ਕਿ ਬਈ ਸਾਡੇ ਲਾਅ ਦੇ ਮੁਤਾਬਕ ਜੋ ਕੁਛ ਵੀ ਉਹ ਕਰ ਰਹੇ ਨੇ ਉਹ ਕੁਛ ਵੀ ਇਲੀਗਲ ਨਹੀਂ ਹੈ। ਇਹ ਬੜਾ ਕਲੀਅਰ ਮੈਸੇਜ ਸੀ। and if anybody ever says something that steps over that line, and I know it is gotten very close, we will be working together on that। ਕਿ ਵੀ ਜੇ ਕੋਈ ਕਾਨੂੰਨ ਦੇ ਉਲੰਘਣਾ ਦੇ ਨੇੜੇ ਤੇ ਪਹੁੰਚ ਜਾਏਗਾ ਫਿਰ ਅਸੀਂ ਵੀ ਤੁਹਾਡੇ ਨਾਲ ਕੋਆਪਰੇਟ ਕਰਾਂਗੇ, ਪਰ ਹੁਣ ਤੱਕ ਜੋ ਕੁਝ ਹੋ ਰਿਹਾ ਹੈ ਉਹ ਵੈਲ ਵਿਦਨ ਦੇ ਐਂਬਿਟ ਆਫ ਦਾ ਲਾਅ ਹੈ। ਫਿਰ ਉਹਨਾਂ ਨੇ ਇਨਵੈਸਟੀਗੇਸ਼ਨ ਦੀ ਗੱਲ ਕੀਤੀ, ਰੈਫਰਿੰਗ ਟੂ ongoing investigation into alleged plot to assassinate Pannu, Garcetti said the fact that New Delhi and Washington were working together to hold those behind criminal action showed how strong and close the India-US relationship currently was। a diplomatic ਗੱਲ ਹੈ ਕਿ ਜੀ ਦੇਖੋ ਅਸੀਂ ਦੋਨੋਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ, ਇਹ ਸ਼ੋਅ ਕਰਦਾ ਵੀ ਅਸੀਂ ਕਿੰਨੇ ਨੇੜੇ ਹਾਂ। ਹੀ however, ਇਹ ਹੁੰਦਾ ਹੈ ਜਦੋਂ ਇਹ ਡਿਪਲੋਮੈਟ ਦੀ ਲੈਂਗੁਏਜ ਹੈ, ਹੀ however emphasized a red line should not be crossed and no government employee of any country could be involved in an assassination plot of a foreign citizen। ਹੁਣ ਜ਼ਾਹਰ ਹੈ ਵੀ ਹਜੇ ਇੰਡੀਆ ਨੇ ਅਫੀਸ਼ੀਅਲੀ ਤਾਂ ਨਹੀਂ ਐਕਨੋਲੇਜ ਕੀਤਾ, ਪਰ ਜਿਵੇਂ ਬਲੂਮਬਰਗ ਨਿਊਜ਼ ਨੇ ਲੀਕ ਕੀਤਾ ਸੀ ਕਿ ਜਿਹੜੀ ਉਹਨਾਂ ਨੇ ਇਨਵੈਸਟੀਗੇਟਿਵ ਕਮੇਟੀ ਬਣਾਈ ਹੈ ਉਹਦੇ 'ਚ ਉਹਨਾਂ ਨੇ ਕਿਹਾ ਜੀ ਰੋਗ ਐਲੀਮੈਂਟ ਜਿਹੜਾ ਰਾਹ ਲਈ ਕੰਮ ਕਰਦਾ ਸੀ ਹੁਣ ਵੀ ਗਵਰਨਮੈਂਟ EMPLOYE ਆ, ਉਹਨੇ ਪਲਾਨ ਕੀਤਾ। ਹੁਣ ਇਹਦਾ ਉਹ ਜਵਾਬ ਦੇ ਰਿਹਾ ਹੈ ਐਰਿਕ ਗਾਰਸੈਟੀ ਕਿ ਇਹ ਗੱਲ ਉਹਨੇ ਕਿਹਾ ਵੀ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਕਿ ਕੋਈ ਵੀ no government employee of any country, ਤੁਸੀਂ ਕਹੋ ਜੀ ਨਹੀਂ ਗਵਰਨਮੈਂਟ ਨੇ ਨਹੀਂ ਕੀਤਾ ਰੋਗ ਵਾਲੇ, ਪਰ ਉਹ ਤੁਹਾਡਾ EMPLOYE ਹੈ। ਸੋ ਕੋਈ ਵੀ ਗਵਰਨਮੈਂਟ EMPLOYE ਤੁਹਾਡੀ ਮੁਲਕ ਦਾ could be involved in an assassination plot of a foreign citizen, ਕਿ ਅਮਰੀਕਾ ਦੇ ਸਿਟੀਜ਼ਨ ਨੂੰ ਮਾਰਨ ਦਾ ਤੁਸੀਂ ਪਲਾਟ ਕਰ ਰਹੇ। I think that is absolutely critical। ਇਹ ਸਭ ਤੋਂ ਕ੍ਰਿਟੀਕਲ ਹੈ। ਹੁਣ ਤੁਸੀਂ ਜੇ ਲਫ਼ਜ਼ ਦੇਖੋ ਤਾਂ ਫਿਰ ਉਹ ਅੰਗਰੇਜ਼ੀ ਦੀ ਕੰਡਡ ਜਿਹੜੀ ਹੈ ਟੋਨ ਹੁੰਦੀ ਹੈ, ਉਹ ਇਹ ਡਿਪਲੋਮੈਟ ਦੀ ਲੈਂਗੁਏਜ ਨਹੀਂ ਹੈ, ਪੋਲੀਟੀਕਲ ਲੀਡਰ ਦੀ ਲੈਂਗੁਏਜ ਹੈ, ਬਟ ਵੈਰੀ ਸਟਰੋਂਗ ਉਹਨਾਂ ਦੀ ਧਰਤੀ 'ਤੇ ਖਲੋ ਕੇ ਕਹਿ ਰਿਹਾ ਹੋ। I think that is absolutely critical for any of us, just abstractly that has to be a red line। कि भाई मैंने red line है, no government or government employee can be involved in the alleged assassination of one of your own citizens। That is just unacceptable red line। ਇਹ ਇੱਕੋ ਹੀ ਗੱਲ ਨੂੰ ਚਾਰ ਅੰਦਾਜ਼ ਦੇ ਵਿੱਚ ਕਹਿ ਕੇ ਉਹਨੂੰ ਰੀਇਨਫੋਰਸ ਕਰਕੇ ਕਿ ਭਾਈ ਤੁਸੀਂ ਲਾਈਨ ਰੈਡ ਕ੍ਰਾਸ ਕੀਤੀ ਹੈ। ਐਨੀ ਕੰਟਰੀ ਹੈਵਿੰਗ ਐਨ ਐਕਟਿਵ ਮੈਂਬਰ ਆਫ ਦੇਅਰ ਗਵਰਨਮੈਂਟ ਇਨਵੋਲਵਡ ਇਨ ਏ ਸੈਕੰਡ ਕੰਟਰੀ trying to assassinate one of their citizens, that is I think usually a red line for any country। फिर चौथी पंजवीं बात, that is a basic issue of sovereignty, that is basic issue of rights। कि ਤੁਸੀਂ plot ਕੀਤਾ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ, ਤੁਸੀਂ ਸਾਡੀ ਸੋਵਰਨਿਟੀ ਵੀ ਵਾਇਲੇਟ ਕੀਤੀ ਔਰ ਤੁਸੀਂ ਉਹ ਰੈੱਡ ਲਾਈਨ ਕ੍ਰਾਸ ਕੀਤੀ ਹੈ, ਦੈਟ ਇਜ਼ ਟੋਟਲੀ ਅਨਐਕਸੈਪਟੇਬਲ। ਔਰ ਨਾਲ ਦੀ ਨਾਲ ਉਹਨਾਂ ਨੂੰ ਦੱਸਦਾ ਕਿ ਵੀ ਇਹ ਜੋ ਕੁਝ ਤੁਸੀਂ ਕਹਿੰਦੇ ਹੋ ਵੀ ਤੁਸੀਂ ਦਹਿਸ਼ਤਗਰਦ ਐਲਾਨ ਦਿੱਤਾ ਕਿਸੇ ਨੂੰ, ਜਾਂ ਇਹ ਕਿਹਾ ਜੀ ਸਾਨੂੰ ਤੁਸੀਂ ਐਕਸਟਰਾ ਰਾਈਟ ਨਹੀਂ ਕੀਤਾ ਜਾਂ ਡਿਪੋਰਟ ਕਰੋ, ਉਹਨਾਂ ਨੇ ਕਿਹਾ ਜੀ ਤੁਹਾਡਾ ਲਾਅ ਵੱਖਰਾ ਹੋਏਗਾ। ਅਮਰੀਕਾ ਦੀ ਧਰਤੀ ਦੇ ਉੱਤੇ ਜਦੋਂ ਤੱਕ ਕੋਈ ਲਾਅ ਨੂੰ ਬ੍ਰੇਕ ਨਹੀਂ ਕਰਦਾ, ਜਿਹੜਾ ਲਾਅ ਫਰੀडम ਆਫ ਐਕਸਪ੍ਰੈਸ਼ਨ ਦਿੰਦਾ ਹੈ, ਉਦੋਂ ਤੱਕ ਕਿਸੇ ਬਾਰੇ ਵੀ ਕੋਈ ਵੀ ਜਿਹੜਾ ਉਹਦੇ ਖਿਲਾਫ
ਜਿਹੜੀ ਹੈ ਉਹ ਕਾਰਵਾਈ ਨਹੀਂ ਹੋ ਸਕਦੀ। ਅੱਛਾ ਫਿਰ ਉਹਨਾਂ ਨੇ ਕ੍ਰਿਮੀਨਲ ਜਸਟਿਸ ਸਿਸਟਮ ਔਰ ਬਹੁਤ ਸਾਰਾ, ਕਿਉਂਕਿ ਬੜਾ ਡਿਟੇਲ ਜਿਹੜੀ ਪਾਟਲ ਹੈ ਉਹ ਬੜੀ ਉਛਲ ਕੇ ਸਵਾਲ ਪੁੱਛ ਰਹੀ ਹੁੰਦੀ ਹੈ 2.5 ਫੁੱਟੀ ਹੈ, ਲੇਕਿਨ ਇੱਥੇ ਉਹਦਾ ਚਿਹਰੇ ਤੇ ਹਵਾਈਆਂ ਉਡੀਆਂ ਹੋਈਆਂ ਸੀ। ਔਰ ਐਰਿਕ ਗਾਰਸੈਟੀ ਜਿਹੜਾ ਕਨਵਿੰਸਿੰਗਲੀ ਉਹਨਾਂ ਨੂੰ ਇਹ ਦੱਸ ਰਿਹਾ ਸੀ ਕਿ ਵੀ ਇਹ ਜਿਹੜਾ ਹੈ ਜੋ ਕੁਝ ਤੁਸੀਂ ਕੀਤਾ ਵਾਇਲੇਟ ਕੀਤਾ, ਤੁਸੀਂ ਰੈੱਡ ਲਾਈਨ ਕ੍ਰਾਸ ਕੀਤੀ ਹੈ, ਇਹ ਨਾ ਕਾਬਲੇ ਮਾਫੀ ਹੈ, ਅਨਐਕਸੈਪਟੇਬਲ ਹੈ ਔਰ ਇਸ ਦੀ ਜਵਾਬਦੇਹੀ ਹੋਏਗੀ। ਔਰ ਇਹ ਐਰਿਕ ਗਾਰਸੈਟੀ ਦਾ ਇੰਟਰਵਿਊ ਦੀ ਟਾਈਮਿੰਗ ਤੁਸੀਂ ਦੇਖੋ ਔਰ ਕੁੱਲ ਮਿਲਾ ਕੇ ਓਵਰਆਲ ਦੇਖੋ ਕਿ ਜਿੱਥੇ ਇਲੈਕਸ਼ਨ ਕੋਡ ਚੱਲ ਰਿਹਾ ਉਹ ਆਪਣਾ ਪੂਰਾ ਝੂਠ ਦਾ ਪਲੰਦਾ ਜਿਹੜਾ ਕਿਤੇ ਮੇਰਠ ਰੈਲੀ 'ਚ ਵੇਚ ਰਿਹਾ ਮੋਦੀ, ਕਿਤੇ ਐਸ ਜੈ ਸ਼ੰਕਰ ਦਾ ਦੇਖੋ ਹੁਣ ਤਾਂ ਲੱਗਦਾ ਹੈ ਵੀ ਪਹਿਲਾਂ ਤਾਂ ਉਹਦਾ ਚਿਹਰਾ ਲੱਗਦਾ ਸੀ ਵੀ ਕੌਨਸਟੀਪੇਟਡ ਹੈ ਕ੍ਰੋਨਿਕ, ਹੁਣ ਤਾਂ ਲੱਗਦਾ ਇਹਨੂੰ ਹੈਮਰਾਇਡ ਵੀ ਨੇ, ਬਵਾਸੀਰ ਵੀ ਹੋਈ ਹੈ ਉਹਦੇ ਚਿਹਰੇ ਦੀਆਂ ਤੁਹਾਨੂੰ, ਕਿਉਂਕਿ ਪੂਰੀ ਤਰ੍ਹਾਂ ਫੇਲਿਅਰ। ਔਰ ਇਹੀ ਜਦੋਂ ਤੁਸੀਂ ਇਹਨਾਂ ਦਾ ਹਾਲ ਦੇਖਦੇ ਹੋ, ਇਹ ਵੀ ਕਿਤੋਂ ਇਲੈਕਸ਼ਨ ਨਹੀਂ ਲੜ ਰਿਹਾ ਲੋਕ ਸਭਾ ਦੀ, ਫੋਰਨ ਮਿਨਿਸਟਰ ਜਿਹੜਾ, ਔਰ ਜਿਹੜੀ ਸੀਤਾਰਮਨ ਫਾਈਨੈਂਸ ਮਿਨਿਸਟਰ ਜਿਹੜੀ ਬੜੇ ਦਾਅਵੇ ਜੀ ਇਕੋਨਮੀ ਤੇ ਇੰਨੇ % ਦੇ ਦੂਜੇ, ਉਹ ਵੀ ਇਲੈਕਸ਼ਨ ਨਹੀਂ ਲੜ ਰਹੀ। ਉਹਨੂੰ ਪੁੱਛਿਆ ਕਿ ਕਹਿੰਦੀ ਮੇਰੇ ਕੋਲ ਪੈਸੇ ਹੀ ਨਹੀਂ ਹੈਗੇ, ਉਹ ਲੁੱਟ ਕੇ ਤੁਸੀਂ ਖਾ ਗਏ, ਤੇਰੇ ਥੱਲੇ ਸਾਰਾ ਸਿਸਟਮ। ਪਰ ਇਹ ਗੱਲ ਦੱਸਦਾ ਹੈ ਵੀ ਆਹ ਦੋਵੇਂ ਹੀ ਜਿਹੜੇ ਸਾਊਥ ਇੰਡੀਆ ਦੇ ਸੀ, ਫਾਈਨੈਂਸ ਮਿਨਿਸਟਰ ਵੀ ਔਰ ਇਹ ਐਸ ਜੈ ਸ਼ੰਕਰ ਵੀ, ਇਹਨੂੰ ਤਾਂ ਸ਼ਾਇਦ ਰਾਜ ਸਭਾ 'ਚ ਲਿਆਂਦਾ ਹੋਇਆ, ਪਰ ਇਹ ਸੀ ਜੀ ਸਾਬਤ ਕਰਨ ਦੇ ਲਈ ਜੇ ਏਡੇ ਹੀ ਕਾਮਯਾਬ ਨੇ, ਦੋ ਹੀ ਪਲੈਂਕ ਨੇ ਜਿਨ੍ਹਾਂ ਦੇ ਉੱਤੇ ਆਪਣਾ ਇਹ ਸੌਦਾ ਵੇਚਦੇ ਨੇ ਜੀ। ਦੇਖੋ ਅਸੀਂ ਪ੍ਰੋਗਰੈਸਿੰਗ, ਸਾਡੀ ਇਕੋਨਮੀ ਕਿੱਥੇ, ਲੇਕਿਨ ਲੋਕਾਂ ਨੂੰ ਫੇਸ ਨਹੀਂ ਕਰਨਾ ਜੋ। ਇਹੀ ਐਸ ਜੈ ਸ਼ੰਕਰ ਜੇ ਇੰਨੇ ਹੀ ਮਾਰ ਕੇ ਮਾਰੇ ਨੇ, ਇੰਨੀ ਸਫਲ ਵਿਦੇਸ਼ ਨੀਤੀ ਕਿ ਵੀ ਅਸੀਂ ਰੂਸ ਦੇ ਨਾਲ ਵੀ ਹਾਂ, ਅਸੀਂ ਅਮਰੀਕਾ ਦੇ ਨਾਲ ਵੀ ਹਾਂ, ਫਿਰ ਜ਼ਰਾ ਲੋਕਾਂ ਨੂੰ ਫੇਸ ਤਾਂ ਕਰੋ ਜਿਹੜੇ ਲੋਕਾਂ ਨੂੰ ਤੁਸੀਂ ਝੂਠ ਬੋਲ ਕੇ ਔਰ ਦੂਸਰਾ ਕੀਤਾ ਹੋਇਆ। ਪਰ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਸਤਿਗੁਰੂ ਦੀ ਰਹਿਮਤ ਦੇ ਨਾਲ ਗਲੋਬਲੀ ਜਿਹੜਾ ਸਿੱਖ ਇਸ਼ੂ ਹੈ, ਖਾਲਿਸਤਾਨ ਦਾ ਇਸ਼ੂ ਹੈ, ਇਹ ਇੱਕ ਪੋਜ਼ਿਟਿਵ ਟੈਰੇਨ ਦੇ ਵਿੱਚ ਹੈ। ਇਸ ਨੂੰ ਸਿੱਖਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਵੀ ਕੀਤਾ ਜਾ ਰਿਹਾ ਹੈ। ਮੇਨ ਸਟ੍ਰੀਮ ਮੁਖਤਾਰਾ ਲੋਕਾਂ ਤੱਕ ਜਿਹੜਾ ਹੈ ਉਹ ਮੈਸੇਜ ਵੀ ਪਹੁੰਚ ਰਿਹਾ। ਪਰ ਅਗੇਨ ਅਸੀਂ ਸਮਝਦੇ ਹਾਂ ਕਿ ਵੀ ਇਹ ਕਿਸੇ ਇੱਕ ਇੰਡੀਵਿਜੂਅਲ ਜਾਂ ਕਿਸੇ ਇੱਕ ਜਥੇਬੰਦੀ ਜਾਂ ਕਿਸੇ ਇੱਕ ਸਰਕਲ ਦਾ, ਉਹ ਪੰਜਾਬ 'ਚ ਬੈਠੇ ਲੋਕ ਸਿੱਖ ਹੋਣ ਬਾਹਰ ਹੋਣ, ਇਹਦੇ ਲਈ ਸਾਨੂੰ ਵਿਦ ਕੰਸੈਂਸਸ ਬ੍ਰੋਡਰ, ਕਿਉਂਕਿ ਅਜੇ ਸਾਡੇ ਐਨਮੀ ਨੇ ਅੱਡ ਹਥਿਆਰ ਤਾਂ ਉਹ ਕੱਢ ਰਹੇ ਨੇ, ਲੇਕਿਨ ਉਹਨਾਂ ਨੇ ਸਿੱਖਾਂ ਨੂੰ ਸੌਖੇ ਛੱਡਣਾ ਨਹੀਂ ਹੈ। ਉਹ ਕਿਸੇ ਹੱਦ ਤੱਕ ਵੀ ਜਾਣਗੇ, ਆਲਰੇਡੀ ਜਾ ਰਹੇ ਨੇ। ਜੇ ਟਾਰਗੇਟ ਕਿਲਿੰਗ ਤੱਕ ਆ ਗਏ, ਉੱਥੇ ਜੋ ਉਹਨਾਂ ਦਾ ਹਾਲ ਚੱਲ ਰਿਹਾ ਹੈ, ਉਹਨਾਂ ਨੇ ਈਵਨ ਜਿਹੜੇ 40-50 ਸਾਲ ਤੋਂ ਉਹਨਾਂ ਦੀ ਪਤਨੀ ਬਣ ਕੇ ਬਿਨਾਂ ਅਨਕੰਡੀਸ਼ਨਲ ਸਪੋਰਟ ਦੇਣ ਵਾਲੇ ਅਕਾਲੀ ਸੀ, ਉਹਨਾਂ ਨੇ ਵੀ ਛਿਟਕ ਕੇ ਮਾਰਿਆ। ਤੇ ਫਿਰ ਇਸ ਦੇ ਲਈ ਜਿੰਨੇ ਦਿਮਾਗ ਲੱਗਣਗੇ, ਜਿੰਨੇ ਕਮਿਟਡ ਲੋਕ ਸਿਰ ਜੋੜ ਕੇ ਬੈਠਣਗੇ, ਜਿੰਨਿਆਂ ਨੂੰ ਅਸੀਂ ਇਨਵੋਲਵ ਕਰਾਂਗੇ, ਉਹੀ ਸਾਡੀ ਮੰਜ਼ਿਲ ਨੂੰ ਹੋਰ ਵੀ ਨੇੜੇ ਲਿਆਏਗਾ। ਔਰ ਅਸੀਂ ਇੱਕ ਵਾਰ ਫਿਰ ਸਮੂਹ ਸਿੱਖ ਸੰਗਤਾਂ ਦਾ ਜਿਨ੍ਹਾਂ ਨੇ ਵੱਧ ਚੜ੍ਹ ਕੇ ਸੈਕਰਾਮੈਂਟੋ ਦੇ ਇਸ ਰੈਫਰੈਂਡਮ 'ਚ ਸ਼ਮੂਲੀਅਤ ਕੀਤੀ, ਹਮਾਇਤ ਕੀਤੀ, ਉਹਨਾਂ ਨੂੰ ਵਧਾਈ ਵੀ ਦਿੰਦੇ ਔਰ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦੇ ਹਾਂ। ਜੀ ਰਾਜ ਸਾਹਿਬ, ਸੋ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਰ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈ ਲੈਣ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।